खालसा वाहिगुरु जी की फतेह। संगत जी अज असी शब्द लैके आए हैं मारू महला पंजवा धन धन श्री गुरु अर्जन देव पातशाह जी का उचारिया होया शब्द है। इस शब्द विच पातशाह ने वाहिगुरु की सिफत सलाह, वैसे तो पूरे गुरु ग्रंथ साहिब विच ही वाहिगुरु की सिफत सलाह है और गुरु ग्रंथ साहिब गुरुआं दी बाणी अकाल दी बाणी है। ये सिख दा जो आत्मिक जीवन है, जो अध्यात्मिक जीवन है, जो आत्मिक जीवन है, ये उच्चा करन वास्ते उसनू शक्ति देण वास्ते ये बाणी है। जिस तरह शारीरिक साडियां जरूरतां हुंदियां ने, सानू खाना पीना ये सब जरूरी हुंदा है। आत्मा वास्ते आत्मा नू परमात्मा दे नाल जोड़न वास्ते, आत्मा नू उच्चा करन वास्ते, सुच्चा करन वास्ते, क्योंकि सुच्चे होवांगे ताई परमात्मा दे नाल मेल होएगा। ते वाहिगुरु दी ए बाणी साडे गुरुआं ने गुरु ग्रंथ साहिब दे विच दर्ज करके सानू दित्ती है। ਇਹਦੇ ਵਿੱਚ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਹੈ। ਪਾਤਸ਼ਾਹ ਨੇ ਕਹਿੰਦੇ ਨੇ ਵੈਦੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਹੈ। ਸੰਗਤ ਜੀ ਵੈਦ ਦੀ ਲੋੜ ਸਾਨੂੰ ਕਦੋਂ ਪੈਂਦੀ ਹੈ? ਜਦੋਂ ਅਸੀਂ ਬਿਮਾਰ ਹੋ ਜਾਂਦੇ ਹਾਂ, ਜਦੋਂ ਕੋਈ ਸਾਨੂੰ ਸ਼ਾਰੀਰਿਕ ਦੁੱਖ ਲੱਗ ਜਾਂਦਾ ਉਦੋਂ ਸਾਨੂੰ ਵੈਦ ਦੀ ਲੋੜ ਪੈਂਦੀ ਹੈ। ਔਰ वाई है दवाई, वैद ने तो दवाई देनी है ना जो सानू कोई दुख तकलीफ हो जाएगी। और भैणो ना भाई, ना भैन ना भैन भरा दी सानू कदों लोड़ पैंदी है? जदों असी लो फील करदे हां या सानू वैसे शारीरिक दुख ना होवे पर सानू अगर वैसे औखा टाइम आ जाए ते जदों साडे अपने साडे भैन भरा साडे नाल आके खड़े हो जांदे ने ना, सानू बड़ा हौसला मिलदा है। पर इत्थे सतगुरु ने सानू दस्सिया है कि ਉਹ परमात्मा दी ਉਹ ਜਦੋਂ तक परमात्मा दी मेहर नहीं ना हुंदी उदों तक कोई वैद दवाई भी मनुख दे काम नहीं लगदी। असी भी ते कहने ना बाबा जी दी मर्जी होएगी ते ये दवाई काम करेगी, बिना बाबा जी दी मर्जी तो ते दवाई भी नहीं लगदी। ते भैणो ना भाई हुण ਉਹ आके ते साडे को खड़े हो जाणगे साडे भैन भरा, पर जिहड़ी साडे अंदर दी पीड़ा है, जिहड़े साडे अंदर दी टेंशन है या डिप्रेशन है, वो ते वो वंड नहीं ना सकदे। ते फिर इहदे विच कौन है? एको सहाई राम है। ते बाबा जी ने सानू दस्सिया है, गुरु साहिब ने दस्सिया है कि परमात्मा ही एक ऐसा सहाई है कि वो चाहे ते तुहानू दवा दारू लगदी है, ਉਹ ਚਾਹੇ ਤੇ ਤੁਹਾਡੇ ਅੰਦਰ ਦੀਆਂ ਜਿਹੜੀਆਂ ਤਕਲੀਫਾਂ ਨੇ ਉਹ ਦੂਰ ਹੁੰਦੀਆਂ ਨੇ। ਤੇ ਇੱਕੋ ਸਹਾਈ ਰਾਮ ਹੈ, ਇੱਕੋ ਪਰਮਾਤਮਾ ਹੀ ਮਨੁੱਖ ਦਾ ਸਹਾਈ ਹੈ। ਤੇ हे ਮਨੁੱਖ, ਉਸ ਪਰਮਾਤਮਾ ਨੂੰ ਤੂੰ ਆਰਾਧ, ਉਸ ਪਰਮਾਤਮਾ ਦਾ ਤੂੰ ਸਿਮਰਨ ਕਰ, ਉਹਦੀ ਤੂੰ ਬਾਣੀ ਪੜ ਤੇ ਫਿਰ ਕੀ ਹੋਏਗਾ? ਕੀਤਾ ਜਿਸੋ ਹੋਵੇ ਪਾਪਾਂ ਮਲੋ ਧੋਵੈ ਸੋ ਸਿਮਰੋ ਪ੍ਰਧਾਨ ਹੈ। ਉਹਨੂੰ ਸਿਮਰੋ ਕਿ ਜੋ ਸਾਰੇ ਨਾਲੋਂ ਪ੍ਰਧਾਨ ਹੈ, ਉਹ ਵਾਹਿਗੁਰੂ ਪ੍ਰਧਾਨ ਹੈ। ਕਿਉਂਕਿ ਅਸੀਂ ਕਹਿੰਦੇ ਬਾਬਾ ਜੀ ਦੀ ਮਰਜ਼ੀ ਤੋਂ ਬਗੈਰ ਤੇ ਪੱਤਾ ਵੀ ਨਹੀਂ ਹਿਲ ਸਕਦਾ। ਫਿਰ ਅਸੀਂ ਇਹ ਕੀਤਾ, ਅਸੀਂ ਇਹ ਕੀਤਾ, ਇਹ ਤੇ ਸਾਰੇ ਵਹਿਮ ਨੇ। ਔਰ ਕੀਤਾ ਜਿਸ ਹੋਵੇ, ਜਿਹੜਾ ਪਰਮਾਤਮਾ ਇਹ ਸਾਰੀਆਂ ਖੇਡਾਂ ਖੇਡ ਰਿਹਾ ਹੈ, ਇਹ ਜੋ ਰਚਨਾ, ਜੋ ਜਗਤ ਵਿੱਚ ਸਾਰਾ ਕੁਝ ਰਾਤ ਹੋ ਰਹੀ ਹੈ, ਦਿਨ ਹੋ ਰਿਹਾ ਹੈ, ਧੁੱਪ ਹੋ ਰਹੀ ਹੈ, ਛਾਂ ਹੋ ਰਹੀ ਹੈ, ਦੁੱਖ ਆ ਰਿਹਾ, ਤਕਲੀਫ ਆ ਰਿਹਾ, ਲੜਾਈਆਂ ਹੋ ਰਹੀਆਂ ਨੇ, ਉੱਥੇ ਸਾਰੇ ਸੰਧੀਆਂ ਹੋ ਰਹੀਆਂ ਨੇ, ਸਾਰੇ ਪ੍ਰੇਮ ਪਿਆਰ ਚ ਉਹ ਬਾਣੀ ਪੜੀ ਜਾ ਰਹੀ ਹੈ। ਇਹ ਜੋ ਸਾਰਾ ਕੁਝ ਹੈ, ਇਹ ਸਾਰਾ ਕੁਝ ਪਰਮਾਤਮਾ ਕਰ ਰਿਹਾ ਹੈ। ਔਰ ਜੋ ਮਨੁੱਖ ਪਰਮਾਤਮਾ ਦਾ ਨਾਮ ਲੈਂਦਾ ਹੈ ਤੇ ਫਿਰ ਕੀ ਹੁੰਦਾ? ਉਹਦੇ ਨਾਲ ਉਹਦੇ ਪਾਪ ਮਿਟ ਜਾਂਦੇ ਨੇ, ਉਹਦੀਆਂ ਜਿਹੜੀਆਂ ਮਨ ਦੀਆਂ ਮੈਲਾਂ ਹੁੰਦੀਆਂ ਨੇ ਨਾ, ਉਹ ਧੁੱਪ ਜਾਂਦੀਆਂ ਨੇ। ਤੇ हे ਮਨੁੱਖ, ਤੂੰ ਉਸ ਪਰਮਾਤਮਾ ਨੂੰ ਸਿਮਰ, ਉਸ ਪਰਮਾਤਮਾ ਦੀ ਤੂੰ ਬੰਦਗੀ ਕਰ ਕਿ ਜੋ ਇਹ ਦੁਨੀਆ ਦਾ ਕਰਤਾ ਧਰਤਾ ਹੈ, ਜਿਹਦੇ ਕੀਤਾ ਸਭ ਕੁਝ ਹੁੰਦਾ ਹੈ। ਔਰ ਉਹਨੂੰ ਤੂੰ ਸਿਮਰੇਗਾ ਨਾ ਤੇ ਤੇਰੇ ਸਾਰੇ ਦੁੱਖ ਤਕਲੀਫ ਖਤਮ ਹੋ ਜਾਣਗੇ, ਤੇਰੀਆਂ ਮਨ ਦੀਆਂ ਮੈਲਾਂ,
क्योंकि ਜਦੋਂ तक शरीर है ना संगत जी दुख तकलीफ ते नाल रहना ही है, पर ਜਦੋਂ परमात्मा ਦਾ ਅਸੀਂ ਨਾਮ ਲੈਣੇ ਆ ਨਾ ਤੇ ਸਾਨੂੰ ਨਾ ਇੱਕ ਬੜਾ ਬੜੀ ਸ਼ਕਤੀ, ਇੱਕ परमात्मा ਦੇ ਨਾਮ ਦੀ ਸ਼ਕਤੀ, ਇੱਕ परमात्मा ਦੇ ਨਾਮ ਦਾ ਸਾਨੂੰ ਬਲ ਮਿਲਦਾ, ਜਿਹਦੇ ਨਾਲ ਨਾ ਸਾਨੂੰ ਉਹ ਚੀਜ਼ਾਂ ਸਹਾਰਨੀਆਂ ਆ ਜਾਂਦੀਆਂ। ਸੰਗਤ ਜੀ ਮੈਂ ਦੇਖੋ ਮੈਂ ਆਪਣਾ ਇੱਕ ਐਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਿ ਜਦੋਂ ਪਹਿਲਾਂ ਮੈਨੂੰ ਤਕਲੀਫ ਆਂਦੀ ਸੀ, ਦੁੱਖ ਆਂਦਾ ਸੀ ਨਾ, ਮੈਂ ਬੜੀ ਡਿਪਰੈਸ ਹੋ ਜਾਂਦੀ ਸੀ। ਪਰ ਹੁਣ ਜਦੋਂ ਤੋਂ ਮੈਂ ਵਿਚਾਰ ਵਿੱਚ ਆਈ ਹਾਂ, ਜਦੋਂ ਤੋਂ ਮੈਂ ਇਹ ਬਾਣੀ ਵਿਚਾਰਨੀ ਸ਼ੁਰੂ ਕੀਤੀ ਹੈ, ਕਿਉਂਕਿ ਪਹਿਲਾਂ ਵਿਚਾਰੀ ਦੀ ਸੀ ਤੇ ਥੋੜਾ ਵਿਚਾਰੀਦਾ ਸੀ, ਹੁਣ ਜਦੋਂ ਜ਼ਿਆਦਾ ਪੜੀਦਾ ਹੁਣ ਇੰਟਰਸਟ ਵੀ ਆ ਗਿਆ, ਹੁਣ ਦਿਲ ਵੀ ਕਰਦਾ ਹੈ। ਤੇ ਹੁਣ ਮੈਨੂੰ ਕੀ ਲੱਗਦਾ ਹੈ ਕਿ ਜਦੋਂ ਮੈਨੂੰ ਕੋਈ ਦੁੱਖ ਤਕਲੀਫ ਆਂਦੀ ਹੈ ਨਾ ਤੇ ਸਾਰਿਆਂ ਨਾਲ ਪਹਿਲਾਂ ਮੈਨੂੰ ਬਾਬਾ ਜੀ ਦਾ ਸ਼ਲੋਕ ਯਾਦ ਆਉਂਦਾ ਹੈ, ਕਰਮੀ ਆਪੋ ਆਪਣੀ। ਸਾਡੇ ਪਤਾ ਨਹੀਂ ਕਿਹੜੇ ਕਰਮ ਨੇ ਜੋ ਮੇਰੇ ਅੱਗੇ ਆ ਰਹੇ ਨੇ, ਜੋ ਕਿਹੜੇ ਕਰਮ ਨੇ ਕਿ ਸਾਨੂੰ ਕੋਈ ਨਾ ਕੋਈ ਸਾਨੂੰ ਦੁੱਖ ਤਕਲੀਫ ਆ ਜਾਂਦੀ ਹੈ। ਕਿਉਂ? ਕਿਉਂਕਿ ਪੂਰਬਲੇ ਕਰਮ, ਇਹ ਤੇ ਕਰਮ ਤੇ ਸਾਨੂੰ ਭੋਗਣੇ ਪੈਂਦੇ ਨੇ, ਚਾਹੇ ਕੋਈ ਵੱਡੇ ਤੋਂ ਵੱਡਾ ਭਗਤ ਹੈ, ਚਾਹੇ ਸਾਡੇ ਵਰਗਾ ਨੋਰਮਲ ਮਨੁੱਖ ਹੈ। ਤੇ ਇਸ ਲਈ ਕਰਮ ਤੇ ਸਾਨੂੰ ਸਾਡੇ ਅੱਗੇ ਹੀ ਆਂਦੇ ਨੇ ਕਿ ਜੋ ਬੀਜਿਆ ਹੈ ਅਸੀਂ ਉਹੀ ਖਾਣਾ ਹੈ। ਤੇ ਇਸ ਲਈ हे ਮਨੁੱਖ ਤੂੰ ਉਸ ਪਰਮਾਤਮਾ ਨੂੰ ਸਿਮਰਦਾ ਰਹਿ, ਤਾਂ ਕਿ ਤੈਨੂੰ ਅਗਰ ਤਕਲੀਫ ਵੀ ਆਏ ਨਾ ਤੇ ਤੈਨੂੰ ਉਹ ਤਕਲੀਫ ਪਰਮਾਤਮਾ ਦਾ ਭਾਣਾ ਮੰਨ ਕੇ ਨਾ ਤੈਨੂੰ ਬਰਦਾਸ਼ਤ ਕਰਨ ਦਾ ਤੇਰੇ ਅੰਦਰ ਬਲ ਵੀ ਆ ਜਾਏ, ਤੈਨੂੰ ਬੁੱਧੀ ਵੀ ਉਹੋ ਜੀ ਮਿਲ ਜਾਏ ਕਿ ਪਰਮਾਤਮਾ ਜੋ ਕਰ ਰਹੇ ਨੇ ਨਾ ਮੇਰੇ ਭਲੇ ਵਾਸਤੇ ਕਰ ਰਹੇ ਨੇ। ਤੇ ਉਹ ਪਰਮਾਤਮਾ ਜਿਹੜਾ ਘਟ ਘਟੇ ਵਾਸੀ, ਜਿਹੜਾ ਹਰ ਇੱਕ ਜਗ੍ਹਾ ਸਮਾਇਆ ਹੋਇਆ, ਜਿਹੜਾ ਘਟ ਘਟ ਚ ਵਸਦਾ ਹੈ, ਉਸ ਪਰਮਾਤਮਾ ਉਹ ਪਰਮਾਤਮਾ ਤੇ ਸਰਬ ਨਿਵਾਸੀ, ਉਹ ਹਰ ਇੱਕ ਜਗ੍ਹਾ ਚ ਵਸ ਰਿਹਾ ਹੈ। ਔਰ ਹਰ ਇੱਕ ਜੀਵ ਜੰਤੂ ਮੇਰੇ ਚ ਤੁਹਾਡੇ ਚ, ਜੋ ਅਸੀਂ ਜਾਨਵਰ ਵੀ ਲੈ ਲੈਂਦੇ ਹਾਂ, ਅਸੀਂ ਅਗਰ ਪਲਾਂਟਸ ਵੀ ਲੈ ਲੈਂਦੇ ਹਾਂ, ਹੁਣ ਤੇ ਸਾਇੰਸ ਨੇ ਵੀ ਕਹਿਤਾ ਕਿ ਪਲਾਂਟਸ ਲਿਵਿੰਗ ਹੁੰਦੇ ਨੇ। ਤੇ ਇਸ ਲਈ ਜੋ ਵੀ ਚੀਜ਼ਾਂ ਹੁੰਦੀਆਂ ਨੇ ਉਹਦੇ ਚ ਇਹ ਪਰਮਾਤਮਾ ਵਸ ਰਿਹਾ ਹੈ। ਔਰ ਸਾਰੀ ਚੀਜ਼ ਜੋ ਸ੍ਰਿਸ਼ਟੀ ਤੇ ਆਈ ਹੈ ਨਾ ਉਹ ਸਾਰੀ ਨਸ਼ਟਵਾਨ ਹੈ, ਜੋ ਆਈ ਹੈ ਉਹਨੇ ਜਾਣਾ ਹੈ, ਪਰ अस्थिर जा का थान है। और एक कौन रहेगा हमेशा? ओ परमात्मा दा स्थान, ओ परमात्मा, ओ जेड़ा हमेशा स्थिर है, ओदा वास हमेशा रहेगा। इसलिए तू उस परमात्मा नू तू त्या। क्योंकि संगत जी असी भी कहने ना मेरा बेटा है छोटा वाला, जो साडे घर कोई आ जांदा सी ना, कोई गेस्ट आ जाने ना, ते ओने जदों जाना ना मेरे बेटे ने बड़े रोना, ओने कहना कि जो भी साडे घर आया ना हुणे वापस ना जाए। पर यही है असी हर एक दे नाल मन लगा लैने आ, जेड़ा आंदा है ओने जाना है। ये ते चलो एक दूजे दी घर दी गल हो गई, पर असी उस परमात्मा दे नाल मन जोड़िए कि जेड़ा प्रभु हमेशा कायम रहने वाला, बाकी उस तो अलावा होर कोई चीज कायम रहने वाली नहीं है। आवे ना जावे, और जेड़ा परमात्मा है वो ना आंदा है ना जांदा है, वो स्थिर रहंदा है। वो पहला भी सी, आद काल तो जदों दुनिया नहीं भी बनी सी उदों भी परमात्मा सी, अज भी परमात्मा है, और परमात्मा हमेशा रहेगा। ओ जन्म मरण वो आंदा जांदा है ही नहीं। संगे समावे, और ये हमेशा साडे संग रहंदा है। हुण असी कहने किथे रहिंदा, साडे संग किथे रहिंदा? वो साडे अंदर है। परमात्मा दी जोत, जो आत्मा है साडी, वो परमात्मा दी जोत है। परमात्मा ने अपनी जोत साडे अंदर रख के ਤਾਂ ਹੀ ਸਾਨੂੰ ਭੇਜਿਆ। ਸੰਗਤ ਜੀ ਜੇ परमात्मा जोत ना रखे, ਅਸੀਂ सांस ਲਈਏ, ਅਸੀਂ ਤਾਂ ਇੱਕ ਮਾਸ ਹੋਈਏ, ਅਸੀਂ ਮ੍ਰਿਤਕ। ਇੱਕ सांस ਚੱਲਦੀ ਹੈ, ਉਹ ਜਦੋਂ ਆਤਮਾ ਨਿਕਲ ਜਾਂਦੀ ਹੈ ਤੇ ਅਸੀਂ ਕੀ ਕਹਿੰਦੇ ਆ ਕਿ ਇਹ ਬੰਦਾ, ਉਹਦਾ ਨਾਮ ਵੀ ਚਲਾ ਜਾਂਦਾ ਹੈ, ਉਹ ਫਿਰ ਡੈਡ ਬੋਡੀ ਬਣ ਜਾਂਦੀ ਹੈ। ਤੇ ਇਸ ਲਈ परमात्मा दी जोत साडे अंदर ही है, वो हमेशा साडे अंग संग रहंदी है। पूर्ण जाका काम है, और वो परमात्मा है जिदा हर एक काम निपुण है, कुशल है,
ਉਹ ਪਰਮਾਤਮਾ ਦੇ ਕੰਮ ਦੇ ਵਿੱਚ ਕੋਈ ਗਲਤੀ ਕੋਈ ਕੱਢ ਹੀ ਨਹੀਂ ਸਕਦਾ। ਹਾਂ, ਸਾਡੀ ਸਮਝ ਚ ਨਹੀਂ ਆਉਂਦੀਆਂ ਗੱਲਾਂ ਤੇ ਅਸੀਂ ਕਹਿੰਦੇ ਤੇ ਕਹਿ ਦਿੰਦੇ ਆ ਕਿ ਬਾਬਾ ਜੀ ਨੇ ਏਦਾਂ ਕਿਉਂ ਕੀਤਾ, ਏਦਾਂ ਨਹੀਂ ਏਦਾਂ ਕਰਨਾ ਚਾਹੀਦਾ ਸੀ। ਕਿਉਂ? ਕਿਉਂਕਿ ਸਾਡੀ ਬੁੱਧੀ ਛੋਟੀ ਹੈ, ਅਸੀਂ ਪਰਮਾਤਮਾ ਨੂੰ ਨਹੀਂ ਸਮਝ ਪਾਉਂਦੇ, ਇਸ ਲਈ ਅਸੀਂ ਪਰਮਾਤਮਾ ਚ ਗਲਤੀਆਂ ਕੱਢ ਦਿੰਦੇ ਆ। ਪਰ ਉਹ ਪਰਮਾਤਮਾ ਇੰਨਾ ਕੁਸ਼ਲ ਹੈ, ਇੰਨਾ ਨਿਪੁੰਨ ਹੈ, ਕਿਉਂਕਿ ਉਹ ਪੂਰਨ ਹੈ, ਇਸ ਲਈ ਉਹਦੇ ਹਰ ਇੱਕ ਕੰਮ ਪਰਫੈਕਟ ਨੇ। ਫਿਰ ਅੱਗੇ ਪੰਕਤੀ ਹੈ, ਭਗਤ ਜਨਾ ਕਾ ਰਾਖਣ ਹਾਰਾ। ਜੋ ਪਰਮਾਤਮਾ ਦੀ ਬੰਦਗੀ ਕਰਦੇ ਨੇ, ਉਹਨਾਂ ਦਾ ਪ੍ਰਭੂ ਹਮੇਸ਼ਾ ਉਹਨਾਂ ਦੀ ਰੱਖਿਆ ਕਰਦੀ ਹੈ। ਸੰਗਤ ਜੀ, ਕੱਲ ਖਾਲਸਾ ਜੀ ਨੇ ਇੱਕ ਫੇਸਬੁੱਕ ਤੇ ਪੋਸਟ ਸ਼ੇਅਰ ਕੀਤੀ ਸੀ, ਉਹ ਮੈਂ ਦੇਖ ਰਹੀ ਸੀ। ਚਾਈਨੀਜ਼ ਲੋਕੀ, ਵਰਲਡ ਵਾਰ ਦੀ ਉਹ ਪੋਸਟ ਸੀਗੀ ਕਿ ਸ਼ੁਰੂ ਤੋਂ ਸਿੱਖ ਬਟਾਲੀਅਨ ਤੋਂ ਇਹ ਫੌਜਾਂ ਡਰਦੀਆਂ ਨੇ। ਅਗਰ ਅੱਜ ਵੀ ਲਾਈਨ ਆਫ ਕੰਟਰੋਲ ਅਗਰ ਇਹਦੇ ਚ ਝਗੜਾ ਹੈ ਜਾਂ ਉਹ ਪਾਰ ਨਹੀਂ ਕਰ ਪਾਉਂਦੇ ਚਾਈਨੀਜ਼, ਕਿਸ ਲਈ? ਕਿਉਂਕਿ ਉੱਥੇ ਸਿੱਖ ਰੈਜੀਮੈਂਟ ਹੈ। ਤਾਂ ਸਿੱਖਾਂ ਦੇ ਵਿੱਚ ਇੱਕ ਪਰਮਾਤਮਾ ਨੇ ਆਪਣਾ, ਇੱਕ ਸਾਡੇ ਗੁਰੂਆਂ ਨੇ ਇੱਕ ਐਸੀ ਸ਼ਕਤੀ ਪਾ ਕੇ ਭੇਜੀ ਹੈ ਕਿ ਇੱਕ ਸਿੱਖ ਉਹ 1.25 ਲੱਖ ਦੇ ਬਰਾਬਰ ਹੈ। ਉਹਨਾਂ ਕੋ ਅੱਜ ਵੀ ਸਭ ਕੰਬਦੇ ਨੇ, ਅੱਜ ਵੀ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਪਾਉਂਦਾ। ਇਸ ਲਈ ਭਗਤ ਜਨਾ ਕਾ ਰਾਖਣ ਹਾਰਾ, ਪਰਮਾਤਮਾ ਆਪਣੇ ਭਗਤਾਂ ਦੀ ਆਪ ਰੱਖਿਆ ਕਰਦਾ। ਔਰ ਇਹ ਨਹੀਂ ਕਿ ਸਿਰਫ ਸਿੱਖਾਂ ਦਾ ਹੀ ਪਰਮਾਤਮਾ ਹੈ, ਪਰਮਾਤਮਾ ਹਰ ਇੱਕ ਦਾ ਹੈ। ਚਾਹੇ ਕੋਈ ਅੱਲਾ ਕਹਿ ਲੈ, ਚਾਹੇ ਕੋਈ ਰਾਮ ਕਹਿ ਲੈ, ਚਾਹੇ ਕੋਈ ਰਹੀਮ ਕਹਿ ਲੈ, ਚਾਹੇ ਕੋਈ ਵਾਹਿਗੁਰੂ ਕਹਿ ਲੈ, ਪਰਮਾਤਮਾ ਤੇ ਇੱਕੋ ਹੀ ਹੈ। ਬਾਕੀ ਨਾਮ ਜਿਸ ਤਰ੍ਹਾਂ ਮਨੁੱਖ ਤੇ ਬਾਬਾ ਜੀ ਨੇ ਬਣਾਤੇ, ਪਰ ਸਾਡੇ ਨਾਮ ਅਲੱਗ ਕਰਤੇ, ਸਾਡੇ ਪਰਿਵਾਰ ਅਲੱਗ-ਅਲੱਗ ਕਰਤੇ। ਇਸ ਲਈ ਪਰਮਾਤਮਾ ਨੇ ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਖਾਲਸਾ ਬਣਾਇਆ ਕਿ ਮੇਰਾ ਇੱਕੋ ਹੀ ਪਰਿਵਾਰ ਹੈ ਖਾਲਸਾ, ਪਰ ਅਸੀਂ ਅੱਗੇ ਆਪਣੇ ਅਲੱਗ-ਅਲੱਗ ਕਰ ਲਈਏ। ਇਹ ਖੱਤਰੀ ਹੈ, ਇਹ ਬ੍ਰਾਹਮਣ ਹੈ, ਇਹ ਰਾਮਗੜੀਏ ਨੇ, ਇਹ ਜੱਟ ਨੇ। ਸਿੱਖਾਂ ਚ ਵੀ ਵੰਡ ਪੈ ਗਈ, ਔਰ ਹੁਣ ਤੇ ਗੁਰਦੁਆਰੇ ਵੀ ਅਲੱਗ-ਅਲੱਗ ਬਣਨ ਲੱਗ ਗਏ ਕਈ ਜਗ੍ਹਾ ਤੇ। ਹੁਣ ਅਸੀਂ ਵੀ ਕਹਿਣ ਨੂੰ ਅਸੀਂ ਬਾਣੀ ਪੜ੍ਹਦੇ ਹਾਂ, ਪਰ ਅਸੀਂ ਆਪਣੇ ਦੇ ਨਾਮ ਦੇ ਨਾਲ, ਮਿਲਕੀ ਦੇ ਨਾਲ ਉਹ ਸਾਨ ਲਗਾਤਾ। ਉਹ ਬਾਬਾ ਜੀ ਨੇ ਤੇ ਸਿਰਫ ਕੌਰ ਔਰ ਸਿੰਘ ਲਗਾਇਆ ਸੀ, ਪਰ ਅਸੀਂ ਆਪਣੇ ਨਾਮ ਦੇ ਨਾਲ ਅਸੀਂ ਵੰਡ ਤੇ ਅਸੀਂ ਆਪ ਪਾਉਂਦੇ ਹਾਂ। ਗੁਰੂਆਂ ਨੇ ਇਹ ਵੰਡ ਨਹੀਂ ਪਾਈ ਸਾਡੇ ਦੇ ਵਿੱਚ। ਭਗਤ ਜਨਾ ਕਾ ਰਾਖਣ ਹਾਰਾ, ਵਾਹਿਗੁਰੂ ਤੇ ਆਪ ਰੱਖਿਆ ਕਰਦਾ ਹੈ ਆਪਣੇ ਭਗਤਾਂ ਦੀ। ਸੰਤ ਜੀਵੈ ਜਪ ਪ੍ਰਾਨ ਆਧਾਰਾ। ਔਰ ਜਿਹੜੇ ਭਗਤ ਹੁੰਦੇ ਨੇ, ਸੰਤ ਹੁੰਦੇ ਨੇ ਨਾ, ਉਹ ਜੀਂਦੇ ਨੇ ਕਿਹਦੇ ਵਾਸਤੇ? ਉਹਨਾਂ ਦੇ ਜੀਣ ਦਾ ਆਧਾਰ ਹੀ ਪਰਮਾਤਮਾ ਹੁੰਦਾ ਹੈ। ਉਹਨਾਂ ਦਾ ਜੀਵਨ ਦਾ ਆਧਾਰ ਹੀ ਹੁੰਦਾ ਹੈ ਕਿ ਅਸੀਂ ਪਰਮਾਤਮਾ ਨੂੰ ਮਿਲਣਾ ਹੈ। ਸਾਡੇ ਵਰਗੇ ਨਹੀਂ, ਅਸੀਂ ਜੀ ਰਹੇ ਹਾਂ, ਅਸੀਂ ਕਹਿੰਦੇ ਅਸੀਂ ਤੇ ਤਰੱਕੀ ਕਰਨੀ ਆ, ਅਸੀਂ ਆਪਣਾ ਕਰੀਅਰ ਹੋਰ ਫਲਰਿਸ਼ ਕਰਨਾ ਹੈ। ਸਾਨੂੰ ਤੇ ਅਸੀਂ ਤੇ ਬੜੇ ਕਰੀਅਰ ਓਰੀਐਂਟਿਡ ਆ, ਸਾਨੂੰ ਤੇ ਹਾਲੀ ਇੰਨਾ ਇਹ ਅਚੀਵ ਕਰਨਾ, ਸਾਨੂੰ ਇਹ ਅਚੀਵ ਕਰਨਾ। ਪਰ ਜੋ ਸੰਤ ਹੁੰਦੇ ਨੇ ਨਾ, ਉਹਨਾਂ ਦੀ ਬਿਰਥੀ ਹੁੰਦੀ ਹੈ ਕਿ ਅਸੀਂ ਪਰਮਾਤਮਾ ਦੇ ਨਾਲ ਮੇਲ ਕਰਨਾ ਹੈ। ਹੁਣ ਅਸੀਂ ਆਪਣੇ ਬੱਚਿਆਂ ਨੂੰ ਮਾਰ ਕੇ, ਗੁੱਸਾ ਕਰਕੇ ਅਸੀਂ ਉਹਨਾਂ ਨੂੰ ਪੜ੍ਹਾਈ ਦੇ ਵਿੱਚ ਤੇ ਕਹਿ ਦਿੰਦੇ ਹਾਂ, ਪਰ ਅਸੀਂ ਉਹਨਾਂ ਨੂੰ ਗੁੱਸਾ ਕਰਕੇ, ਮਾਰ ਕੇ ਅਸੀਂ ਇਹ ਨਹੀਂ ਕਹਿੰਦੇ ਕਿ ਨਹੀਂ ਤੈਨੂੰ ਇਹ ਪਾਠ ਕਰਨਾ ਹੀ ਕਰਨਾ। ਸੰਗਤ ਜੀ, ਮੈਂ ਕਿਸੇ ਨੂੰ ਨਹੀਂ ਕਰੀ, ਮੈਂ ਆਪਣੀ ਗੱਲ ਕਰ ਰਹੀ ਹਾਂ, ਮੈਂ ਆਪਣੀ ਗੱਲ ਕਰ ਰਹੀ ਹਾਂ। ਬੱਚੇ ਛੋਟੇ ਸੀ ਤੇ ਉਹਨਾਂ ਨੂੰ ਬਾਣੀ ਬੜੀ ਕੰਠ ਕਰਾਈ। ਹੁਣ ਬੱਚੇ ਵੱਡੇ ਹੋ ਗਏ, ਮੰਮਾ ਕਰ ਲਾਂਗੇ ਅਸੀਂ, ਮੈਨੂੰ ਆਂਦਾ ਹੈ, ਬੈਠ ਕੇ ਕਰੋ, ਮੈਨੂੰ ਆਂਦਾ ਹੈ। ਤੇ ਸੰਗਤ ਜੀ, ਏਦਾਂ ਜੋ ਸੰਤ ਹੁੰਦੇ ਨੇ ਨਾ, ਉਹਨਾਂ ਦਾ ਤੇ ਜੀਵਨ ਹੀ ਹੁੰਦਾ ਹੈ ਕਿ ਦੁਨੀਆ 'ਚ ਜੋ ਮਰਜ਼ੀ ਹੁੰਦਾ ਰਵੇ, ਅਸੀਂ ਪਰਮਾਤਮਾ ਦੇ ਨਾਲ ਮਿਲਣਾ। ਉਹਨਾਂ ਨੂੰ ਬਾਕੀ ਕਿਸੇ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ। ਉਹਨਾਂ ਦਾ ਆਧਾਰ ਕੀ ਹੁੰਦਾ ਹੈ? ਪਰਮਾਤਮਾ ਦਾ ਨਾਮ ਜਪਣਾ ਤੇ ਪਰਮਾਤਮਾ ਦੀ ਪ੍ਰਾਪਤੀ ਕਰਨੀ। ਕਰਨ ਕਾਰਨ ਸਮਰਥ ਸੁਆਮੀ, ਕਿ ਸਾਨੂੰ ਕਿਹਦੀ ਭਗਤੀ ਕਰਨੀ ਹੈ? ਉਸ ਪਰਮਾਤਮਾ ਦੀ ਜੋ ਹਰ ਇੱਕ ਚੀਜ਼ ਆਪ ਕਰਦਾ ਹੈ। ਔਰ ਉਹ ਚੀਜ਼ ਘਟਨਾ, ਜੇ ਅਗਰ ਕਿਤੇ ਜੰਗ ਹੋਈ ਹੈ ਤੇ ਉਹਦਾ ਕਾਰਨ ਵੀ ਆਪ ਬਣਦਾ ਹੈ ਪਰਮਾਤਮਾ। ਤੇ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ, ਜਦੋਂ ਸੰਗਤ ਜੀ ਕੋਈ ਕਿਸੇ ਦੀ ਡੈਥ ਹੁੰਦੀ ਹੈ, ਕੋਈ ਅਗਰ
इस दुनिया तो जांदा है, ते असी भी कई बार कहने आ कि बाबा जी ने ते कोई ना कोई कारण बनाना सी लैके जान दा, ते इसलिए करता भी वो आप है, करणहार भी वो आप है, वो जो कर रहा है वो कारण भी आप ही बनांदा है और करदा भी आप है, जिवांदा भी आप है, मिटांदा भी आप है। वो सारा कुछ वो इको ही परमात्मा ये समर्थ है हर एक चीज करन च। वो इन्ना निपुण है, इन्ना कुशल है कि पूरे जगत नू संभाल रहा है और पूरे जगत नू थां थां ते रख रहा है, किनू किस तरह रखना है, किनू किस तरह रखना है, किनू की देना है, किनू किस तरह करना है। वो बहुत समर्थ है और ओदे हाथ च ही सब कुछ है। बाकी होर किसी दे हाथ च किसी ने ओने ओने पावर नहीं दिती परमात्मा ने। करण कारण समर्थ स्वामी, वो जेड़ा स्वामी है परम परमेश्वर परमात्मा, वो करता भी आप है और करदा भी आप है और करन दा कारण भी आप ही बन जांदा है। नानक तिस कुर्बान है। ते फिर इत्थे की कहंदे ने बाबा जी कि हे अपने आप नू नीवा करके कहंदे ने कि मैं उस परमात्मा तो कुर्बान जाना है। ते संगत जी ये सानू सिक्ख्या रोज सानू हर एक शब्द च सानू सिक्ख्या ही मिलती है, पर असी किन्ना क अपने अंदर वसाना है ये ते साडे ते डिपेंड करदा है। ते संगत जी असी कर रहे सी करतारपुर दी जंग। करतारपुर दी जंग सिखां ने धन धन श्री हरगोबिंद सिंह पातशाह जी ने फतेह प्राप्त कर लिती हुंदी है, ते सारे जिहड़े बाकी दे तुर्क हुंदे ने ना वो दौड़ जांदे ने, ते सिख इत्थे नगारे वजांदे ने क्योंकि जंग जित जांदे ने। फिर उस तो बाद जदों सारे दौड़ चले जांदे ने, तुर्क चले जांदे ने, इधर सिख फिर संगत जी जंग तो बाद की नजारा हुंदा है, चारों पासे करतारपुर दे पासे लाशां लाशां, किते हजारां लाशां घोड़ियां दियां, हजारां लाशां मनुखां दियां, चारों पासे खून ही खून, खून ही खून। ते ए इन्ना भयानक दृश्य सी, इन्ना भयानक दृश्य। ते पातशाह हुण लड़ाई ते बंद, जंग ते खत्म हो गई, ते पातशाह बाबा बिधि चंद जी नू अपने कोल बुलांदे ने, कहंदे ने बिधि चंद जी तुसी जाओ जेड़े साडे सूरमे, जेड़े वड्डे जरनैल साडे सूरमे भाई लखूमल जी, भाई अमिया जी, भाई मेहर चंद जी, ये जो वड्डे वड्डे सूरमे और जो बाकी सूरमे साडे जिन्ने भी सिख शहीद होए ने, उन्हां सारियां दियां तुसी उन्हां दे शरीर चुक के लैके आओ और एक वड्डा सारा तुसी लकड़ियां दा ढेर कट्ठा करो और असी उत्थे उन्हां दी कट्ठी सारियां दी चिखा असी उत्थे उन्हां दा संस्कार करांगे। ते भाई बाबा बिधि चंद जी होर सेवकां दे नाल जांदे ने, ते सारे सूरमियां दियां भाई लखू जी दी, भाई अमिया जी, भाई मेहर चंद जी, होर भी जेड़े जेड़े सिख सूरमे जेड़े शहीद होए हुंदे ने ना, सारियां नू चुक के लैके आंदे ने और एक बड़ा वड्डा लकड़ियां दी चिखा बनांदे ने और पातशाह फिर आप अपने हत्थी उन्हां दा संस्कार करदे ने। और जिन्ने भी संगत जी सिख सूरमे जेड़े जख्मी होए हुंदे ने उन्हां नू भी चुक के लैके आंदे ने और उन्हां दा इलाज करदे ने, उन्हां दी मरहम पट्टी करदे ने। और हुण तक ना संगत जी जंग करदे 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 ना हुण तक शाम पै चुकी हुंदी है, नेरा पैण वाला हुंदा है। ते जदों जंग खत्म हो जांदी है ते फिर उत्थों दे लोकल बंदे भी फिर कट्ठे हो जांदे ने, कीरतपुर दे करतारपुर दे लोकल जदों सारे कट्ठे हो जांदे फिर सारे आपस च गल्लां करदे ने, कहंदे ने कि इन्नियां जंगां असी सुनियां वेखियां पर एहो जी जंग असी अज तक ना वेखी ना सुनी। क्योंकि राती 2:30 बजे 2-2:30 बजे तुर्कां ने हमला किया, कहंदे 5 पहर च, एक पैर संगत जी रात दा ते 4 पैर दिन दे, कहंदे 5 पैर च पातशाह ने
ਤੁਰਕਾਂ ਨੂੰ ਖਪਾ ਦਿੱਤਾ। ਸੰਗਤ ਜੀ ਮਾਇਨੇ ਰੱਖਦੀ ਆ, 5 ਪੈਰ ਕਿੰਨੇ ਹੋ ਗਏ? ਇੱਕ ਪੈਰ 3 ਘੰਟੇ ਦਾ ਹੁੰਦਾ ਹੈ ਤੇ ਕਿੰਨੇ ਹੋ ਗਏ? 15-16 ਘੰਟਿਆਂ ਚ ਪਾਤਸ਼ਾਹ ਨੇ ਕਿੰਨੇ 80-90 ਹਜ਼ਾਰ ਇਹ ਤੁਰਕ ਮਾਰ ਦਿੱਤੇ ਹੁੰਦੇ ਨੇ। ਤੇ ਇਹਨਾਂ ਸੰਗਤ ਜੀ ਇਹਨਾਂ ਚ ਸਿੱਖ ਵੀ ਸ਼ਹੀਦ ਹੁੰਦੇ ਨੇ, ਪਰ ਤੁਰਕਾਂ ਦਾ ਇਹ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਤੇ ਜਦੋਂ ਪਾਤਸ਼ਾਹ ਦੇਖਦੇ ਨੇ ਭਾਈ ਲਖੂਮਲ ਜੀ ਤੇ ਬਾਬਾ ਬਿਧੀ ਚੰਦ ਜੀ ਤੇ ਚਲੇ ਜਾਂਦੇ, ਉਹਨਾਂ ਦਾ ਸੰਸਕਾਰ ਹੋ ਜਾਂਦਾ, ਤੇ ਬਾਬਾ ਜੀ ਦੇਖਦੇ ਨੇ ਪਾਤਸ਼ਾਹ ਕਿ ਸ਼ਾਮ ਪੈ ਗਈ ਹੈ, ਚਾਰੋਂ ਪਾਸੇ ਘੋੜਿਆਂ ਦੀਆਂ ਡੈਡ ਬੋਡੀਜ਼ ਪਈਆਂ ਹੁੰਦੀਆਂ ਹੈ, ਤੁਰਕਾਂ ਦੀਆਂ ਡੈਡ ਬੋਡੀਜ਼ ਪਈਆਂ ਹੁੰਦੀਆਂ, ਤੇ ਪਾਤਸ਼ਾਹ ਦੇ ਨਾ ਫਿਰ ਮਨ ਚ ਥੋੜੀ ਜਿਹੀ ਗਲਾਨੀ ਵੀ ਆਉਂਦੀ ਹੈ। ਪਾਤਸ਼ਾਹ ਕਹਿੰਦੇ ਇੰਨਾ ਖੂਨ ਖਰਾਬਾ ਹੋਇਆ ਹੈ ਤੇ ਸਾਰੀ ਧਰਤੀ ਲਾਲ ਹੋਈ ਹੋਈ ਹੈ ਖੂਨ ਦੇ ਨਾਲ। ਪਾਤਸ਼ਾਹ ਨੂੰ ਮਨ ਚ ਬੁਰਾ ਵੀ ਲੱਗਦਾ। ਫਿਰ ਪਾਤਸ਼ਾਹ ਸੋਚਦੇ ਨੇ, ਕਹਿੰਦੇ ਨੇ ਚਾਰੋਂ ਪਾਸੇ ਲਾਸ਼ਾਂ ਹੀ ਲਾਸ਼ਾਂ ਪਈਆਂ ਹੋਈਆਂ ਨੇ, ਤੇ ਹੁਣ ਇਹਨਾਂ ਦਾ ਕੀ ਕਰੀਏ? ਕਿਉਂਕਿ ਨਾ ਰਾਤ ਵੀ ਪੈ ਚੁੱਕੀ ਹੁੰਦੀ ਹੈ ਨਾ ਸੰਗਤ ਜੀ, ਤੇ ਗਿੱਦੜ ਕੁੱਤੇ ਇਹ ਆ ਕੇ ਨਾ ਮਾਸ ਖਾ ਰਹੇ ਹੁੰਦੇ ਨੇ, ਜੋ ਮਰ ਚੁੱਕੇ ਹੁੰਦੇ ਨੇ। ਤਰ੍ਹਾਂ ਤਰ੍ਹਾਂ ਦੀਆਂ ਉਹ ਕੁੱਕਣ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਨੇ, ਇੱਲਾਂ ਦੀਆਂ, ਗਿੱਧਾਂ ਦੀਆਂ, ਉਹ ਸਾਰੇ ਨੋਚ ਨੋਚ ਕੇ ਖਾ ਰਹੇ ਹੁੰਦੇ। ਔਰ ਜਿਹੜੇ ਤੁਰਕ ਜ਼ਖਮੀ ਹੁੰਦੇ ਨੇ ਉਹ ਹਾਏ ਪਾਣੀ, ਹਾਏ ਪਾਣੀ, ਹਾਏ ਹਾਏ ਚੀਕ ਰਹੇ ਹੁੰਦੇ ਨੇ, ਕਿਉਂਕਿ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ, ਬਾਕੀ ਦੇ ਤੁਰਕ ਤੇ ਸਾਰੇ ਦੌੜ ਚੁੱਕੇ ਹੁੰਦੇ ਨੇ। ਤੇ ਪਾਤਸ਼ਾਹ ਸੋਚਦੇ ਨੇ, ਕਹਿੰਦੇ ਏਦਾਂ ਤੇ ਦਿਨ ਤੱਕ ਤੇ ਜੋ ਮਰ ਚੁੱਕੇ ਨੇ ਇਹ ਤੇ ਫਿਰ ਬਦਬੂ ਫੈਲ ਜਾਏਗੀ ਕੀਰਤਪੁਰ ਵਿੱਚ, ਕਰਤਾਰਪੁਰ ਤੇ ਉਹ ਕਹਿੰਦੇ ਨੇ, ਕਹਿੰਦੇ ਏਦਾਂ ਤੇ ਬਿਮਾਰੀ ਫੈਲ ਜਾਏਗੀ। ਉਹ ਫਿਰ ਕੁਝ ਸੋਚਦੇ ਨੇ, ਕਹਿੰਦੇ ਨੇ ਸਵੇਰ ਤੱਕ ਤੇ ਹਾਲਤ ਬੁਰੀ ਹੋ ਜਾਣੀ ਹੈ, ਕਿਉਂਕਿ ਸੰਗਤ ਜੀ ਅਸੀਂ ਵੀ ਦੇਖਿਆ ਕਿਤੇ ਕੋਈ ਛੋਟਾ ਜਿਹਾ ਜਾਨਵਰ, ਬਿੱਲੀ ਵੀ ਮਰ ਜਾਏ ਜਾਂ ਕੁੱਤਾ ਵੀ ਮਰ ਜਾਏ ਨਾ, ਤੇ ਉਹ ਫਿਰ ਕਿੰਨੀ ਬਦਬੂ ਫੈਲ ਜਾਂਦੀ ਹੈ ਕਿ ਉੱਥੇ ਰਹਿਣਾ, ਸਾਹ ਲੈਣਾ ਔਖਾ ਹੋ ਜਾਂਦਾ। ਔਰ ਫਿਰ ਇਹ ਲਾਸ਼ਾਂ ਤੇ ਸੀਗੀਆਂ ਹੀ ਹਜ਼ਾਰਾਂ ਦੇ ਵਿੱਚ। ਤੇ ਪਾਤਸ਼ਾਹ ਬਾਬਾ ਬਿਧੀ ਚੰਦ ਜੀ ਨੂੰ ਬੁਲਾਉਂਦੇ ਨੇ, ਕਹਿੰਦੇ ਉਹ ਫਿਰ ਸੋਚ ਲੈਂਦੇ ਨੇ, ਕਹਿੰਦੇ ਹੁਣ ਇੱਥੇ ਰਹਿਣਾ ਔਖਾ ਹੈ। ਤੇ ਸੰਗਤ ਜੀ ਇੱਕ ਤੇ ਕਾਰਨ ਬਣ ਜਾਂਦਾ ਹੈ ਕਰਤਾਰਪੁਰ ਛੱਡਣ ਦਾ ਇਹ ਕਿ ਉੱਥੇ ਦਾ ਰਹਿਣ ਵਾਲਾ ਹੁਣ ਮਾਹੌਲ ਨਹੀਂ ਰਿਹਾ, ਤੇ ਦੂਸਰਾ ਕਾਰਨ ਪਾਤਸ਼ਾਹ ਦੇ ਉੱਥੋਂ ਜਾਣ ਦਾ ਮੇਨ ਕਾਰਨ ਹੁੰਦਾ ਹੈ ਕਿ ਪੀਰ ਬਾਬਾ ਬੁੱਢਨ ਸ਼ਾਹ, ਉਹਨਾਂ ਦਾ ਅੰਤ ਸਮੇਂ ਆ ਚੁੱਕਿਆ ਹੁੰਦਾ ਹੈ। ਸੰਗਤ ਜੀ ਅਸੀਂ ਪੀਰ ਬੁੱਢਨ ਸ਼ਾਹ ਜੀ ਦੀ ਅਸੀਂ ਸਾਖੀ ਕਰ ਚੁੱਕੇ ਹਾਂ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਚਨ ਕੀਤੇ ਹੁੰਦੇ ਨੇ ਕਿ ਜਦੋਂ ਪੀਰ ਬੁੱਢਨ ਸ਼ਾਹ ਜੀ ਦੁੱਧ ਦਾ ਕਟੋਰਾ ਉਹਨਾਂ ਨੂੰ ਭੇਟ ਕਰਦੇ ਨੇ, ਤੇ ਪਾਤਸ਼ਾਹ ਨੇ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਹਨਾਂ ਨੂੰ ਕਿਹਾ ਹੁੰਦਾ ਹੈ ਕਿ ਤੁਸੀਂ ਸਾਡੀ ਅਮਾਨਤ ਸੰਭਾਲ ਕੇ ਰੱਖੋ, ਅਸੀਂ ਜਦੋਂ 6ਵੇਂ ਜਾਮੇ ਚ ਆਵਾਂਗੇ ਫਿਰ ਅਸੀਂ ਤੁਹਾਡੇ ਤੋਂ ਇਹ ਭੇਟਾ ਲਵਾਂਗੇ। ਔਰ ਪਾਤਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਪਤਾ ਹੁੰਦਾ ਹੈ ਕਿ ਪੀਰ ਬੁੱਢਨ ਸ਼ਾਹ ਜੀ ਦਾ ਹੁਣ ਅੰਤਿਮ ਸਮੇਂ ਆ ਗਿਆ ਹੈ ਔਰ ਉਹਨਾਂ ਨੇ ਆਪਣਾ ਚੋਲਾ ਤਿਆਗਣਾ ਹੈ, ਔਰ ਉਹ ਉਹਨਾਂ ਦੇ ਦਰਸ਼ਨਾਂ ਦੀ ਤੰਗ ਕਰ ਰਹੇ ਨੇ। ਇੱਕ ਕਾਰਨ ਇਹ ਹੁੰਦਾ ਹੈ ਪਾਤਸ਼ਾਹ ਦਾ ਕਰਤਾਰਪੁਰ ਛੱਡਣਾ, ਔਰ ਫਿਰ ਤੀਸਰਾ ਕਾਰਨ ਹੁੰਦਾ ਹੈ ਕਿ ਜਿਹੜੇ ਉੱਥੋਂ ਦੇ ਛੋਟੇ ਛੋਟੇ ਨਾਲ ਦੇ, ਕਿਉਂਕਿ 80,000 ਫੌਜ ਤੇ ਇਹਨਾਂ ਦੀ ਮੇਨ ਸੀ, ਇਹਨਾਂ ਦੀ ਕੁਤੁਬ ਖਾਨ ਦੀ, ਕਾਲੇ ਖਾਨ ਦੀ, ਅਨਵਰ ਖਾਨ ਦੀ, ਪੈਂਦੇ ਖਾਨ ਦੀ ਮੇਨ ਫੌਜ ਇਹਨਾਂ ਦੀ ਸੀ। ਪਰ ਜਿਹੜੇ ਬਾਕੀ ਛੋਟੇ ਛੋਟੇ ਪਹਾੜੀ ਰਾਜੇ ਸੀ ਨਾ, ਉਹ ਵੀ ਇਹਨਾਂ ਨੂੰ ਜੁਆਇਨ ਕੀਤਾ ਹੁੰਦਾ, ਤਾਂ ਹੀ ਉਹ ਲੱਖ ਤੱਕ ਉਹਨਾਂ ਦੀ ਪਹੁੰਚੀ ਹੁੰਦੀ ਹੈ ਸੰਖਿਆ। ਤੇ ਪਾਤਸ਼ਾਹ ਸੋਚਦੇ ਨੇ ਕਿ ਜਿਹੜੇ ਲਾਗੇ ਦੇ ਛੋਟੇ ਛੋਟੇ ਜਿਹੜੇ ਰਾਜਾ ਮਰ ਗਏ ਨੇ ਜੰਗ ਦੇ ਵਿੱਚ, ਉਹਨਾਂ ਦੇ ਹੁਣ ਸਗੇ ਸੰਬੰਧੀ ਨਾ ਇਹ ਤੇ ਫਿਰ ਤੰਗ ਕਰਨਗੇ, ਇਹ ਸਾਡੇ ਨਾਲ ਵੈਰ ਰੱਖਣਗੇ। ਤੇ ਇਹ ਸਾਰੀਆਂ ਗੱਲਾਂ ਸੋਚ ਕੇ ਪਾਤਸ਼ਾਹ ਬਾਬਾ ਬਿਧੀ ਚੰਦ ਜੀ ਨੂੰ ਕਹਿੰਦੇ ਨੇ ਕਿ ਬਿਧੀ ਚੰਦ ਜੀ ਅਸੀਂ ਹੁਣ ਇੱਥੋਂ ਦੀ ਜਾਵਾਂਗੇ, ਅਸੀਂ ਇੱਥੋਂ ਦੀ ਚੱਲਣਾ ਹੈ, ਅਸੀਂ ਚੱਲਾਂਗੇ ਹੁਣ ਕੀਰਤਪੁਰ ਵੱਲ ਅਸੀਂ ਚੱਲਾਂਗੇ, ਕਿਉਂਕਿ ਉੱਥੇ ਪੀਰ ਬੁੱਢਨ ਸ਼ਾਹ ਜੀ ਵੀ ਇੰਤਜ਼ਾਰ ਕਰ ਰਹੇ ਸੀ। ਤੇ ਕਹਿੰਦੇ ਤੁਸੀਂ
ਉੱਥੇ ਚੱਲਣ ਦੀ ਤਿਆਰੀ ਕਰੀਏ ਕਿ ਅਸੀਂ ਕੀਰਤਪੁਰ ਸਾਹਿਬ ਪਹਾੜੀਆਂ ਵਿੱਚ ਜਾ ਚੱਲਣਾ ਹੈ। ਸੰਗਤ ਜੀ ਉੱਥੇ ਇੱਕ ਗੁਰਦੁਆਰਾ ਹੈ ਚਰਨ ਕਮਲ ਸਾਹਿਬ ਕੀਰਤਪੁਰ ਗੁਰਦੁਆਰਾ ਹੈ, ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਦੇ ਨਾਲ ਕੀਰਤਨ ਕਰੀ ਗਏ, ਕੀਰਤਨ ਕਰੀ ਗਏ, ਕੀਰਤਨ ਕਰੀ ਗਏ। ਜਦੋਂ ਉਹਨਾਂ ਨੂੰ ਪੀਰ ਬੁੱਢਨ ਸ਼ਾਹ ਜੀ ਨੇ ਉਹਨਾਂ ਦਾ ਕੀਰਤਨ ਸੁਣਿਆ ਸੀ ਤਾਂ ਉਹਨਾਂ ਦੇ ਕੋਲ ਆਏ ਸੀ, ਕਿਉਂਕਿ ਕੀਰਤਨ ਸੁਣ ਕੇ ਉਹਨਾਂ ਦਾ ਮਨ ਨਿਰਮਲ ਹੋ ਗਿਆ ਸੀ। ਤੇ ਕੀਰਤਨ ਉਹਨਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉੱਥੇ ਇੰਨਾ ਕੀਰਤਨ ਕੀਤਾ, ਇਸ ਲਈ ਕੀਰਤਨ ਦੇ ਨਾਮ ਤੋਂ ਇਸ ਜਗ੍ਹਾ ਦਾ ਨਾਮ ਕੀਰਤਪੁਰ ਪਿਆ। ਤੇ ਬਾਬਾ ਬਿਧੀ ਚੰਦ ਜੀ ਜਾਂਦੇ ਨੇ, ਉਹਨਾਂ ਨੂੰ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਤੁਸੀਂ ਘਰ ਜਾਓ ਤੇ ਤੁਸੀਂ ਘਰ ਜਾ ਕੇ ਤੁਸੀਂ ਮਹਿਲਾਂ 'ਚ ਜਾ ਕੇ ਬੋਲੋ ਕਿ ਤਿਆਰੀ ਕਰਨ, ਇੱਥੋਂ ਦੀ ਚੱਲਣਾ ਹੈ। ਤੇ ਸੰਗਤ ਜੀ ਪਾਤਸ਼ਾਹ ਨੇ ਇਹ ਵੀ ਕਿਹਾ ਕਿ ਤੁਸੀਂ ਘਰ ਜਾ ਕੇ ਪਰਿਵਾਰ ਨੂੰ ਬੋਲੋ ਕਿ ਜ਼ਰੂਰੀ ਸਮਾਨ ਚੁੱਕਣਾ ਹੈ ਔਰ ਸਮਾਨ ਦਾ ਲਾਲਚ ਨਹੀਂ ਕਰਨਾ ਹੈ, ਜ਼ਰੂਰੀ ਸਮਾਨ ਚੁੱਕਣਾ ਹੈ ਜਿਸ ਸਮਾਨ ਤੋਂ ਬਗੈਰ ਗੁਜ਼ਾਰਾ ਨਹੀਂ। ਤੇ ਪਾਤਸ਼ਾਹ ਕਹਿੰਦੇ ਅਸੀਂ ਤੁਹਾਡਾ ਇੰਤਜ਼ਾਰ ਇੱਥੇ ਗੰਗਸਰ ਖੂਹ ਦੇ ਕੋਲ ਕਰਾਂਗੇ। ਸੰਗਤ ਜੀ ਇਹ ਖੂਹ ਉੱਥੇ ਹੀ ਪਾਤਸ਼ਾਹ ਨੇ ਬਣਵਾਇਆ ਸੀ, ਕਰਤਾਰਪੁਰ ਸਾਹਿਬ। ਔਰ ਗੰਗਸਰ ਇਹਦਾ ਨਾਮ ਇਸ ਲਈ ਰੱਖਿਆ ਕਿਉਂਕਿ ਜਦੋਂ ਪਾਤਸ਼ਾਹ ਨੇ ਇਹ ਖੂਹ ਬਣਵਾਇਆ ਤੇ ਪਾਤਸ਼ਾਹ ਨੇ ਬਚਨ ਕੀਤੇ ਕਿ ਜੋ ਵੀ ਇੱਥੇ ਇਸ ਖੂਹ ਤੇ ਇਸ਼ਨਾਨ ਕਰੇਗਾ ਉਹਨੂੰ ਗੰਗਾ ਇਸ਼ਨਾਨ ਦਾ ਫਲ ਉਹਨੂੰ ਇੱਥੇ ਹੀ ਮਿਲੇਗਾ। ਪਰ ਸੰਗਤ ਜੀ ਉਹ ਸਾਡੇ ਵਰਗੇ ਸ਼ੰਕਾਧਾਰੀ ਵੀ ਬੜੇ ਲੋਕ ਹੁੰਦੇ ਨੇ, ਤੇ ਇੱਕ ਸਾਡੇ ਵਰਗਾ ਸ਼ੰਕਾਧਾਰੀ ਮਨੁੱਖ ਕਹਿੰਦਾ ਪਾਤਸ਼ਾਹ ਜੀ ਵੀ ਮੈਂ ਤੇ ਜਾਣਾ ਵੀ ਗੰਗਾ ਇਸ਼ਨਾਨ ਨੂੰ, ਮੈਂ ਤੇ ਜਾਣਾ। ਤੇ ਪਾਤਸ਼ਾਹ ਕਹਿੰਦੇ ਠੀਕ ਹੈ, ਪਰ ਕਹਿੰਦੇ ਉਹਨਾਂ ਨੇ ਬਚਨ ਕੀਤੇ ਹੁੰਦੇ ਵੀ ਗੰਗਾ ਇਸ਼ਨਾਨ ਜਾਣ ਦੀ ਲੋੜ ਨਹੀਂ, ਤੁਸੀਂ ਇੱਥੇ ਹੀ ਇਸ਼ਨਾਨ ਕਰ ਲੋਗੇ ਤੇ ਤੁਹਾਨੂੰ ਗੰਗਾ ਇਸ਼ਨਾਨ ਦਾ ਫਲ ਤੁਹਾਨੂੰ ਇੱਥੇ ਹੀ ਮਿਲੇਗਾ। ਪਰ ਉਹ ਕਹਿੰਦਾ ਉਹ ਮਨੁੱਖ ਕਹਿੰਦਾ ਪਾਤਸ਼ਾਹ ਮੈਂ ਤੇ ਗੰਗਾ ਇਸ਼ਨਾਨ ਲਈ ਜਾਣਾ। ਪਾਤਸ਼ਾਹ ਕਹਿੰਦੇ ਠੀਕ ਹੈ, ਤੁਸੀਂ ਜਾਓ ਗੰਗਾ ਇਸ਼ਨਾਨ ਲਈ, ਤੁਸੀਂ ਨਾ ਇੱਕ ਗੜਵਾ ਲੈ ਜਾਓ ਔਰ ਆਂਦੇ ਹੋਏ ਸਾਡੇ ਵਾਸਤੇ ਵੀ ਗੰਗਾ ਜਲ ਲੈ ਆਇਓ। ਕਹਿੰਦਾ ਠੀਕ ਹੈ ਪਾਤਸ਼ਾਹ ਦੀ ਆਗਿਆ ਲੈ ਕੇ ਉਹ ਸਿੱਖ ਚਲਾ ਜਾਂਦਾ ਹੈ, ਗੰਗਾ ਜਾ ਕੇ ਗੰਗਾ ਇਸ਼ਨਾਨ ਕਰਦਾ ਹੈ। ਔਰ ਜਦੋਂ ਵਾਪਸੀ ਦੇ ਵਿੱਚ ਉਹ ਕਹਿੰਦਾ ਹੈ ਕਿ ਪਾਤਸ਼ਾਹ ਵਾਸਤੇ ਮੈਂ ਗੰਗਾ ਜਲ ਲੈ ਲਵਾਂ, ਉਹ ਜਿਸ ਲੋਟਾ ਗੰਗਾ ਦੇ ਵਿੱਚ ਡੁਬੋਂਦਾ ਹੈ, ਉਹਦਾ ਵੇਗ ਇੰਨਾ ਜ਼ਿਆਦਾ ਹੁੰਦਾ ਹੈ ਕਿ ਲੋਟਾ ਪਾਣੀ ਦੇ ਵੇਗ ਦੇ ਨਾਲ ਪਾਣੀ ਦੇ ਵਿੱਚ ਬਹਿ ਜਾਂਦਾ ਹੈ ਤੇ ਵਾਪਸ ਆਂਦਾ ਹੈ। ਤੇ ਜਦੋਂ ਵਾਪਸ ਆਂਦਾ ਪਾਤਸ਼ਾਹ ਕਹਿੰਦੇ ਕਰ ਆਏ ਹੋ ਗੰਗਾ ਇਸ਼ਨਾਨ? ਹਾਂਜੀ ਪਾਤਸ਼ਾਹ ਕਰ ਆਏ ਆ ਗੰਗਾ ਇਸ਼ਨਾਨ। ਤੇ ਫਿਰ ਤੁਸੀਂ ਸਾਡੇ ਵਾਸਤੇ ਗੰਗਾ ਜਲ ਲਿਆਏ ਹੋ? ਪਾਤਸ਼ਾਹ ਗੰਗਾ ਜਲ ਕੀ ਲਿਆਣਾ ਸੀ, ਤੁਸੀਂ ਜੋ ਲੋਟਾ ਦਿੱਤਾ ਮੈਂ ਗੰਗਾ ਜਲ ਭਰਨ ਲੱਗਾ, ਉਹ ਪਾਣੀ ਦੇ ਗੰਗਾ ਦੇ ਵੇਗ ਦੇ ਨਾਲ ਉਹ ਤੇ ਗੰਗਾ ਦੇ ਵਿੱਚ ਬਹਿ ਗਿਆ। ਤੇ ਪਾਤਸ਼ਾਹ ਮੁਸਕਰਾਏ। ਪਾਤਸ਼ਾਹ ਕਹਿੰਦੇ ਜਾ ਉਹ ਜਰਾ ਖੂਹ 'ਚ ਜਾ ਕੇ ਦੇਖ, ਝਾਤੀ ਮਾਰ। ਜਦੋਂ ਉਹ ਖੂਹ 'ਚ ਜਾ ਕੇ ਦੇਖਿਆ ਤੇ ਉੱਥੇ ਪਾਤਸ਼ਾਹ ਦਾ ਲੋਟਾ, ਉੱਥੇ ਪਾਤਸ਼ਾਹ ਦਾ ਗੜਵਾ। ਹੈਰਾਨ ਹੋ ਗਿਆ, ਉਹ ਸੋਚਦਾ ਕਹਿੰਦਾ ਗੜਵਾ ਤੇ ਉਹੀ ਲੱਗਦਾ। ਕਹਿੰਦਾ ਪਾਤਸ਼ਾਹ ਗੜਵਾ ਤੇ ਉਹੀ ਹੈ। ਤੇ ਪਾਤਸ਼ਾਹ ਕਹਿੰਦੇ ਅਸੀਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਗੰਗਾ ਦਾ ਜਲ ਇੱਥੇ ਆਂਦਾ ਹੈ, ਤੁਸੀਂ ਇੱਥੇ ਇਸ਼ਨਾਨ ਕਰੋਗੇ ਤਾਂ ਤੁਹਾਨੂੰ ਗੰਗਾ ਇਸ਼ਨਾਨ ਦਾ ਫਲ ਤੁਹਾਨੂੰ ਇੱਥੇ ਮਿਲੇਗਾ। ਤੇ ਇਸ ਗੱਲ ਤੋਂ, ਇਹ ਵਾਲੀ ਸਾਖੀ ਤੋਂ ਇਸ ਖੂਹ ਦਾ ਨਾਮ ਗੰਗਸਰ ਪਿਆ ਸੀ। ਤੇ ਸੰਗਤ ਜੀ ਬਾਬਾ ਬਿਧੀ ਚੰਦ ਜੀ ਨੂੰ ਕਹਿੰਦੇ ਨੇ ਅਸੀਂ ਤੁਹਾਡਾ ਗੰਗਸਰ ਦੇ ਕੋਲ ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ, ਤੁਸੀਂ ਜਾ ਕੇ ਪਰਿਵਾਰ ਨੂੰ ਬੋਲੋ ਕਿ ਤਿਆਰੀ ਕਰਨ। ਬਾਬਾ ਬਿਧੀ ਚੰਦ ਜੀ ਜਾਂਦੇ ਨੇ, ਘਰ ਜਾਂਦੇ ਨੇ ਤੇ ਉੱਥੇ ਜਾ ਕੇ ਮਹਿਲਾਂ ਨੂੰ ਘਰ ਜਾ ਕੇ ਬਾਬਾ ਜੀ ਦੇ ਮਹਿਲਾਂ ਨੂੰ ਉਹਨਾਂ ਨੂੰ ਕਹਿੰਦੇ ਨੇ ਕਿ ਪਾਤਸ਼ਾਹ ਦਾ ਹੁਕਮ ਹੈ ਕਿ ਅਸੀਂ ਕੀਰਤਪੁਰ ਸਾਹਿਬ ਵੱਲ ਨੂੰ ਜਾਣਾ ਹੈ ਤੇ ਤੁਸੀਂ ਤਿਆਰੀ ਕਰੋ। ਤੇ ਪਾਤਸ਼ਾਹ ਇਹ ਵੀ ਕਹਿੰਦੇ ਨੇ ਬਿਧੀ ਚੰਦ ਜੀ ਨੂੰ ਕਿ ਵੀ ਜੋ ਤੁਹਾਨੂੰ ਜ਼ਰੂਰਤ ਲੱਗੇ ਤੁਸੀਂ ਉਹ ਯਥਾ
जिस तरह भी तुहानू ठीक लगदा ना तुसी उस तरह दा प्रबंध कर लेना ते बाकी तुसी सारिਆਂ ਨੂੰ तैयारी करो ਚੱਲਣ ਦੀ। ਤੇ संगत जी ਜਦੋਂ ਉਹ ਘਰ ਜਾ ਕੇ ਦੱਸਦੇ ਨੇ ਤੇ ਜੋ ਬਾਬਾ ਜੀ ਦੇ ਮਹਿਲ ਹੁੰਦੇ ਨੇ ਮਾਤਾ ਮਰਵਾਈ ਜੀ ਔਰ ਮਾਤਾ ਨਾਨਕੀ ਜੀ ਇਹ ਸਾਰੇ ਸਮਾਨ ਇਕੱਠਾ ਕਰਦੇ ਨੇ ਤੇ ਉਸ ਸਮੇਂ ਤੇ ਬਾਬਾ ਗੁਰਦਿੱਤਾ ਜੀ ਦੇ ਨਹੀਂ ਬਾਬਾ ਸੂਰਜਮਲ ਜੀ ਦੀ ਧਰਮ ਪਤਨੀ ਉਹਨਾਂ ਦੇ ਹੁੰਦੇ ਨੇ ਮਾਤਾ ਖੇਮ ਕੌਰ ਜੀ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧਰਮ ਪਤਨੀ ਮਾਤਾ ਗੁਜਰੀ ਜੀ। ਉਦੋਂ ਮਾਤਾ ਗੁਜਰੀ ਜੀ ਸਿਰਫ 9 ਸਾਲ ਦੇ ਸੀ ਸੰਗਤ ਜੀ ਔਰ ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਵਿਆਹ ਹੋਇਆ ਸੀ ਇਹ ਜੰਗ ਤੋਂ ਪਹਿਲਾਂ ਕੁਝ ਦਿਨ ਹੀ ਪਹਿਲਾਂ ਔਰ ਉਹਨਾਂ ਤੋਂ 2-3 ਸਾਲ ਵੱਡੇ ਹੁੰਦੇ ਨੇ ਮਾਤਾ ਖੇਮ ਕੌਰ ਜੀ ਜੋ ਕਿ ਬਾਬਾ ਸੂਰਜਮਲ ਜੀ ਦੇ ਮਹਿਲ ਸੀਗੇ ਤੇ ਇਹ ਸਾਰੇ ਫਿਰ ਉਹਨਾਂ ਵਾਸਤੇ ਬਾਬਾ ਬਿਧੀ ਚੰਦ ਜੀ ਕਿਉਂਕਿ ਇਹ ਬਹੁਤ ਛੋਟੇ ਹੁੰਦੇ ਨੇ ਮਾਤਾ ਗੁਜਰੀ ਜੀ ਔਰ ਖੇਮ ਕੌਰ ਜੀ ਮਾਤਾ ਖੇਮ ਕੌਰ ਜੀ ਬੜੇ ਛੋਟੇ ਹੁੰਦੇ ਨੇ ਉਹ 9 ਸਾਲ ਦੇ ਤੇ ਉਹ 2-3 ਸਾਲ ਉਹਨਾਂ ਤੋਂ ਵੱਡੇ ਉਹਨਾਂ ਵਾਸਤੇ ਪਾਲਕੀਆਂ ਮੰਗਵਾਉਂਦੇ ਨੇ ਔਰ ਜੋ ਪਾਤਸ਼ਾਹ ਦੇ ਮਹਿਲ ਮਾਤਾ ਮਰਵਾਈ ਜੀ ਔਰ ਮਾਤਾ ਨਾਨਕੀ ਜੀ ਇਹਨਾਂ ਵਾਸਤੇ ਸੰਗਤ ਜੀ 2 ਖਾਸੇ ਇੱਕ ਖਾਸਾ ਹੁੰਦਾ ਹੈ ਸੰਗਤ ਜੀ ਇੱਕ ਬਹੁਤ ਸਪੈਸ਼ਲ ਉਹ ਪਾਲਕੀ ਹੁੰਦੀ ਹੈ ਜਿਹਦੇ ਚ ਜੈਸੇ ਜਿਸ ਤਰ੍ਹਾਂ ਰਾਣੀਆਂ ਵਗੈਰਾ ਜਾਂਦੀਆਂ ਸੀ ਕਿਉਂਕਿ ਪਾਤਸ਼ਾਹ ਦਾ ਸਾਜੋ ਸਮਾਨ ਰਹਿਣਾ ਸਹਿਣਾ ਰਾਜਿਆਂ ਵਰਗਾ ਸੀ ਤੇ ਸਾਰਾ ਸਮਾਨ ਇਕੱਠਾ ਉਹ ਕਰਦੇ ਨੇ ਔਰ ਗੱਡਿਆਂ ਤੇ ਲੱਦ ਦਿੰਦੇ ਨੇ ਤੇ ਬਾਬਾ ਗੁਰਦਿੱਤਾ ਜੀ ਹੁੰਦੇ ਨੇ ਉਹਨਾਂ ਨੂੰ ਘੋੜੇ ਤੇ ਬਿਠਾ ਦਿੰਦੇ ਨੇ ਬਾਬਾ ਗੁਰਦਿੱਤਾ ਜੀ ਦੇ ਗੋਦ ਵਿੱਚ ਬੈਠ ਜਾਂਦੇ ਨੇ 7ਵੇਂ ਪਾਤਸ਼ਾਹ ਜੋ ਸ਼੍ਰੀ ਹਰ ਰਾਏ ਜੀ ਉਸ ਸਮੇਂ ਉਹ ਸਿਰਫ 4 ਸਾਲ ਦੇ ਸੀ ਉਹਨਾਂ ਦੀ ਗੋਦ 'ਚ ਬੈਠ ਜਾਂਦੇ ਨੇ ਬਾਬਾ ਗੁਰਦਿੱਤਾ ਜੀ ਦੀ ਗੋਦ ਵਿੱਚ ਤੇ ਘੋੜਿਆਂ ਤੇ ਹੋਰ ਗੁਰੂ ਘਰ ਦੇ ਕੀਰਤਨੀਏ ਉਹ ਬੈਠ ਜਾਂਦੇ ਨੇ ਜੋ ਜਿਨ੍ਹਾਂ ਦਾ ਨਾਮ ਆਇਆ ਹੈ ਭਾਈ ਬਾਬਕ ਜੀ ਸੰਗਤ ਜੀ ਭਾਈ ਬਾਬਕ ਜੀ ਵੀ ਭਾਈ ਮਰਦਾਨਾ ਜੀ ਦੀ ਇਹ ਚੌਥੀ ਪੀੜ੍ਹੀ ਚੋਂ ਸੀ ਪਹਿਲੀ ਪੀੜ੍ਹੀ ਸੀ ਭਾਈ ਮਰਦਾਨਾ ਜੀ ਜੋ ਕੀਰਤਨ ਕਰਦੇ ਸੀ ਔਰ ਫਿਰ ਉਸ ਤੋਂ ਬਾਅਦ ਭਾਈ ਰਜਾਦਾ ਤੇ ਭਾਈ ਸਜਾਦਾ ਉਹ ਗੁਰੂ ਘਰ ਦੇ ਕੀਰਤਨੀਏ ਹੋਏ ਫਿਰ ਤੀਸਰੇ ਸੀ ਭਾਈ ਸੱਤਾ ਤੇ ਭਾਈ ਬਲਵੰਡ ਇਹਨਾਂ ਦੀ ਤੇ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਵੀ ਦਰਜ ਹੈਗੀ ਹੈ ਇਹ ਗੁਰੂ ਘਰ ਦੇ ਕੀਰਤਨੀਏ ਹੋਏ ਫਿਰ ਚੌਥੀ ਪੀੜ੍ਹੀ ਸੀ ਭਾਈ ਬਾਬਕ ਜੀ ਸੰਗਤ ਜੀ ਇਹ ਗੁਰੂ ਘਰ ਦੇ ਕੀਰਤਨੀਏ ਤੇ ਸੀਗੇ ਹੀ ਨਾਲ ਇੰਨੇ ਜਿੰਨੇ ਅੱਛੇ ਜਿੰਨੇ ਉਹ ਸੁਚੱਜੇ ਕੀਰਤਨੀਏ ਸੀ ਓਨੇ ਹੀ ਕੁਸ਼ਲ ਓਨੇ ਹੀ ਨਿਪੁੰਨ ਇਹ ਨਿਸ਼ਾਨਚੀ ਵੀ ਸੀ ਇਹ ਇੰਨੇ ਕੁਸ਼ਲ ਨਿਸ਼ਾਨਚੀ ਸੀਗੇ ਕਿ ਇਹ ਹਨੇਰੇ ਵਿੱਚ ਵੀ ਗੋਲੀ ਨਿਸ਼ਾਨੇ ਤੇ ਲਗਾਉਂਦੇ ਸੀ ਇਸ ਲਈ ਇਹ ਗੁਰੂ ਸਾਹਿਬ ਦੇ ਨਾਲ ਇਹ ਜੰਗਾਂ ਵਿੱਚ ਵੀ ਇਹਨਾਂ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ ਇਹਨਾਂ ਨੇ ਜੰਗਾਂ ਲੜੀਆਂ ਤੇ ਸਾਰੇ ਜਾਣੇ ਘੋੜਿਆਂ ਤੇ ਸਵਾਰ ਹੋ ਜਾਂਦੇ ਨੇ ਔਰ ਜੋ ਜ਼ਖਮੀ ਹੁੰਦੇ ਨੇ ਨਾ ਸੰਗਤ ਜੀ ਉਹਨਾਂ ਨੂੰ ਪਾਤਸ਼ਾਹ ਸਾਰਿਆਂ ਨੂੰ ਆਪਣੇ ਕੋਲ ਬੁਲਾਉਂਦੇ ਨੇ ਕਿਉਂਕਿ ਜ਼ਖਮੀ ਹੁੰਦੇ ਨੇ ਉਹਨਾਂ ਦਾ ਵੀ ਹੁਣ ਜਾਣਾ ਹੈ ਨਾਲ ਲੈ ਕੇ ਚੱਲਣਾ ਹੈ ਤੇ ਉਹਨਾਂ ਤੇ ਜਦੋਂ ਸਾਰੇ ਕੋਲ ਪਾਤਸ਼ਾਹ ਦੇ ਕੋਲ ਆਉਂਦੇ ਨੇ ਉਹਨਾਂ ਨੂੰ ਬੁਲਾਉਂਦੇ ਨੇ ਤੇ ਪਾਤਸ਼ਾਹ ਉਹਨਾਂ ਦੇ ਉੱਤੇ ਆਪਣੀ ਦਇਆ ਭਰੀ ਦ੍ਰਿਸ਼ਟੀ ਪਾਉਂਦੇ ਨੇ ਕਿ ਸਾਰਿਆਂ ਦਾ ਦੁੱਖ ਉਹ ਹਰ ਲੈਂਦੇ ਨੇ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ ਸੰਗਤ ਜੀ ਆਪਣੇ ਦਾਸਾਂ ਦਾ ਉਹ ਸਾਰਿਆਂ ਦਾ ਦੁੱਖ ਹਰ ਲੈਂਦੇ ਨੇ ਔਰ ਸਾਰਿਆਂ ਦੀ ਪੀੜਾ ਹਰ ਲੈਂਦੇ ਨੇ ਸਾਰੇ ਐਦਾਂ ਹੋ ਜਾਂਦੇ ਨੇ ਕਿ ਜਿਸ ਤਰ੍ਹਾਂ ਫੁਰਤੀ ਆ ਜਾਂਦੀ ਸਰੀਰ 'ਚ ਜਿਸ ਤਰ੍ਹਾਂ ਸਾਨੂੰ ਕੁਝ ਹੋਇਆ ਹੀ ਨਹੀਂ ਤੇ ਉਹ ਸਾਰੇ ਤਿਆਰ ਹੋ ਜਾਂਦੇ ਨੇ ਸਾਰੇ ਜਾਣੇ ਤਿਆਰ ਹੋ ਕੇ ਬਾਬਾ ਬਿਧੀ ਚੰਦ ਜੀ ਸਾਰਿਆਂ ਨੂੰ ਇਕੱਠਾ ਕਰਕੇ ਬਾਕੀਆਂ ਨੂੰ ਪਾਤਸ਼ਾਹ ਦੇ ਕੋਲ ਆ ਜਾਂਦੇ ਨੇ ਆ ਕੇ ਕਹਿੰਦੇ ਨੇ ਬਾਬਾ ਬਿਧੀ ਚੰਦ ਜੀ ਕਹਿੰਦੇ ਪਾਤਸ਼ਾਹ ਸਾਰੇ ਜਾਣੇ ਆ ਗਏ ਨੇ ਪਰ ਪਾਤਸ਼ਾਹ ਆਪ ਜੀ ਦੇ ਵੱਡੇ ਪੋਤਰੇ ਬਾਬਾ ਧੀਰਮਲ ਜੀ ਸੰਗਤ ਜੀ ਬਾਬਾ ਧੀਰਮਲ ਜੀ ਨਾ ਇਹ ਬਾਬਾ ਗੁਰਦਿੱਤਾ ਜੀ ਦੇ ਵੱਡੇ ਬੇਟੇ ਸੀ ਕਹਿੰਦੇ
ਕਹਿੰਦੇ ਪਾਤਸ਼ਾਹ ਜੋ ਆਪ ਜੀ ਦੇ ਵੱਡੇ ਪੋਤਰੇ ਨੇ ਬਾਬਾ ਜੋ ਧੀਰਮਲ ਜੀ ਨੇ, ਉਹਨਾਂ ਨੂੰ ਅਸੀਂ ਬੜੀਆਂ ਬੇਨਤੀਆਂ ਕੀਤੀਆਂ ਕਿ ਸਾਡੇ ਨਾਲ ਚੱਲੋ, ਸਾਡੇ ਨਾਲ ਚੱਲੋ, ਪਰ ਪਾਤਸ਼ਾਹ ਉਹ ਸਾਡੇ ਨਾਲ ਨਹੀਂ ਆਏ। ਔਰ ਉਹ ਕੀ ਕਹਿੰਦੇ ਨੇ ਕਿ ਮੈਂ ਤੇ ਕਰਤਾਰਪੁਰ ਛੱਡਣਾ ਹੀ ਨਹੀਂ। ਇਹ ਕਰਤਾਰਪੁਰ ਸਾਡੇ ਵੱਡੇ ਵਡੇਰਿਆਂ ਨੇ ਵਸਾਇਆ ਸੀ, ਇਸ ਲਈ ਮੈਂ ਕਰਤਾਰਪੁਰ ਛੱਡ ਕੇ ਕਿਤੇ ਨਹੀਂ ਜਾਣਾ। ਔਰ ਘਰ ਉੱਤੇ ਕਬਜ਼ਾ ਕਰ ਲਿਆ ਧੀਰਮਲ ਨੇ, ਜੋ ਘਰ ਚ ਬਾਕੀ ਦਾ, ਕਿਉਂਕਿ ਇਹਨਾਂ ਨੇ ਸੰਗਤ ਜੀ ਜ਼ਰੂਰੀ ਸਮਾਨ ਚੁੱਕਿਆ ਸੀ, ਪਰ ਪਾਤਸ਼ਾਹ ਦਾ ਰਹਿਣਾ ਸਹਿਣਾ ਰਾਜਿਆਂ ਵਰਗਾ ਸੀ ਤੇ ਬਹੁਤ ਸਮਾਨ ਸੀ, ਰਾਜਸੀ ਸਮਾਨ ਬਹੁਤ ਸੀ। ਤੇ ਕਹਿੰਦੇ ਬਾਬਾ ਜੀ ਪਾਤਸ਼ਾਹ ਉਹਨਾਂ ਨੇ, ਧੀਰਮਲ ਨੇ ਘਰ ਤੇ ਵੀ ਕਬਜ਼ਾ ਕਰ ਲਿਆ ਔਰ ਸਮਾਨ ਤੇ ਵੀ ਕਬਜ਼ਾ ਕਰ ਲਿਆ, ਔਰ ਕਹਿੰਦਾ ਹੈ ਕਿ ਮੈਂ ਇੱਥੇ ਹੀ ਰਹਿਣਾ ਹੈ। ਔਰ ਪਾਤਸ਼ਾਹ ਉਹਨਾਂ ਨੇ ਆਪਣੀ ਮਾਤਾ ਜੀ ਨੂੰ ਵੀ ਆਪਣੀਆਂ ਗੱਲਾਂ ਦੇ ਵਿੱਚ ਲੈ ਕੇ ਆਪਣੇ ਕੋਲ ਰੱਖ ਲਿਆ, ਔਰ ਕਹਿੰਦੇ ਨੇ ਕਿ ਮਾਤਾ ਜੀ ਮੇਰੇ ਨਾਲ ਰਹਿਣਗੇ ਔਰ ਮੈਂ ਇਹ ਕਰਤਾਰਪੁਰ ਛੱਡ ਕੇ ਨਹੀਂ ਜਾਣਾ। ਔਰ ਕੀ ਕਹਿੰਦੇ ਨੇ ਕਿ ਮੈਂ ਨਾ ਤੁਰਕਾਂ ਦੇ ਨਾਲ ਸੰਧੀ ਕਰ ਲਾਂਗਾ, ਜਿਸ ਤਰ੍ਹਾਂ ਤੁਰਕ ਕਹਿਣਗੇ ਮੈਂ ਉਸ ਤਰ੍ਹਾਂ ਇੱਥੇ ਰਵਾਂਗਾ, ਤੇ ਇਸ ਲਈ ਮੈਨੂੰ ਤੁਰਕ ਕੁਛ ਨਹੀਂ ਕਹਿੰਦੇ, ਮੈਂ ਤੁਰਕਾਂ ਨਾਲ ਲੜਾਈ ਨਹੀਂ ਕਰਨੀ, ਮੈਂ ਤੁਰਕਾਂ ਦੇ ਨਾਲ ਨਾ ਬਣਾ ਕੇ ਰੱਖਾਂਗਾ, ਤੇ ਇਸ ਲਈ ਮੈਂ ਜਾਣਾ ਹੀ ਨਹੀਂ। ਔਰ ਜੇ ਅਸੀਂ ਕੁਝ ਕਹਿੰਨੇ ਆ ਨਾ ਪਾਤਸ਼ਾਹ, ਤੇ ਉਹ ਅੱਖਾਂ ਕੱਢ ਕੇ ਦਿਖਾਉਂਦੇ ਨੇ, ਸਾਡੇ ਨਾਲ ਨਾ ਉਲਟਾ ਬੋਲਦੇ ਨੇ। ਤੇ ਫਿਰ ਪਾਤਸ਼ਾਹ ਸੁਣ ਰਹੇ ਹੁੰਦੇ ਨੇ। ਫਿਰ ਕਹਿੰਦੇ ਨੇ ਬਾਬਾ ਬਿਧੀ ਚੰਦ ਜੀ ਕਿ ਪਾਤਸ਼ਾਹ ਇੱਕ ਹੋਰ ਗੱਲ ਹੈ ਕਿ ਜੋ ਆਦਿ ਗ੍ਰੰਥ ਹੈ ਨਾ ਬਾਬਾ ਜੀ, ਪਾਤਸ਼ਾਹ ਜੀ, ਉਹ ਵੀ ਨਾ ਉਹਨਾਂ ਨੇ ਆਪਣੇ ਕੋਲ ਨਾ ਕਿਤੇ ਲੁਕਾ ਲਿਆ। ਅਸੀਂ ਬਹੁਤ ਲੱਭਣ ਦੀ ਪਾਤਸ਼ਾਹ ਕੋਸ਼ਿਸ਼ ਕੀਤੀ, ਪਰ ਸਾਨੂੰ ਨਹੀਂ ਲੱਭੇ ਸਰੂਪ। ਉਹਨਾਂ ਨੇ ਪਤਾ ਨਹੀਂ ਕਿਹੜੇ ਕਮਰੇ 'ਚ ਰੱਖ ਕੇ ਕਿੱਥੇ ਛੁਪਾ ਕੇ ਤਾਲਾ ਮਾਰ ਲਿਆ ਹੈ। ਕਿਉਂਕਿ ਸੰਗਤ ਜੀ ਇਹ ਸੋਚਦੇ ਸੀ, ਧੀਰਮਲ ਜੀ ਸੋਚਦੇ ਸੀ ਕਿ ਅਗਰ ਮੈਂ ਸਰੂਪ ਆਦਿ ਗ੍ਰੰਥ, ਜਦੋਂ ਮੈਂ ਬਾਬੇ ਦਾ ਸਰੂਪ ਆਪਣੇ ਕੋਲ ਰੱਖਾਂਗਾ ਨਾ, ਜਿਹਦੇ ਕੋਲ ਸਰੂਪ ਹੋਏਗਾ ਨਾ ਫਿਰ ਉਹੀ ਗੁਰੂ ਬਣੇਗਾ। ਔਰ ਮੇਰੇ ਕੋਲ ਸਰੂਪ ਹੋਏਗਾ, ਮੈਂ ਡੇਰਾ ਖੋਲਾਂਗਾ, ਡੇਰਾ ਖੁੱਲੇਗਾ ਤੇ ਸੰਗਤਾਂ ਆਣਗੀਆਂ ਤੇ ਚੜਾਵਾ ਚੜੇਗਾ ਤੇ ਮੇਰੀ ਰੋਟੀ ਚੱਲੇਗੀ, ਕਿਉਂਕਿ ਉਹ ਉੱਥੋਂ ਦੀ ਜਾਣਾ ਨਹੀਂ ਚਾਹੁੰਦੇ ਸੀ। ਤੇ ਕਹਿੰਦੇ ਮੈਂ ਤੇ ਤੁਹਾਨੂੰ ਸਰੂਪ ਦੇਣਾ ਨਹੀਂ। ਔਰ ਉਹ ਸਾਡੇ ਵੱਡੇ ਵਡੇਰਿਆਂ ਨੇ ਲਿਖਿਆ ਸੀ, ਇਸ ਲਈ ਮੈਂ ਤੇ ਦੇਣਾ ਨਹੀਂ ਤੁਹਾਨੂੰ ਸਰੂਪ। ਔਰ ਬਾਬਾ ਜੀ ਉਹ ਲੜਨ ਵਾਸਤੇ ਆਉਂਦੇ ਨੇ, ਤੇ ਪਾਤਸ਼ਾਹ ਜੇ ਅਸੀਂ ਜ਼ੋਰ ਜ਼ਬਰਦਸਤੀ ਕਰਾਂਗੇ ਤੇ ਫਿਰ ਝਗੜਾ ਹੁੰਦਾ ਹੈ। ਪਾਤਸ਼ਾਹ ਜੇ ਤੁਸੀਂ ਕਹੋ, ਜੇ ਤੁਸੀਂ ਆਗਿਆ ਦਵੋ, ਤੇ ਅਸੀਂ ਥੋੜਾ ਜਿਹਾ ਉਹਨਾਂ ਦੇ ਨਾਲ ਜ਼ੋਰ ਜ਼ਬਰਦਸਤੀ ਕਰ ਲੈਂਦੇ ਹਾਂ। ਪਾਤਸ਼ਾਹ ਅਸੀਂ ਤੇ ਇੰਨੇ ਵੱਡੇ ਵੱਡੇ ਸਿੱਧੇ ਕੀਤੇ ਨੇ, ਉਹਨਾਂ ਦੀ ਤਾਂ ਉਮਰ ਹੈ ਕੀ, ਉਹ ਤੇ ਹਾਲੇ ਛੋਟੇ ਬੜੇ ਨੇ, ਤੇ ਅਸੀਂ ਉਹਨਾਂ ਕੋਲੋਂ ਨਾ ਸਰੂਪ ਲੈ ਆਵਾਂਗੇ। ਤੇ ਪਾਤਸ਼ਾਹ ਇਹ ਸਾਰੀਆਂ ਗੱਲਾਂ ਸੋਚ ਕੇ ਕਹਿੰਦੇ ਆ ਨਹੀਂ। ਉਹ ਪਾਤਸ਼ਾਹ ਜਾਣਦੇ ਨੇ ਕਿ ਉਹਨਾਂ ਦੀ ਨੀਅਤ ਠੀਕ ਨਹੀਂ ਹੈ, ਤੇ ਕਹਿੰਦੇ ਨੇ ਸੋਚ ਰਹੇ ਨੇ ਆਪਣੇ ਮਨ 'ਚ, ਕਿਉਂਕਿ ਪਾਤਸ਼ਾਹ ਨੂੰ ਤੇ ਪਤਾ ਹੁੰਦਾ, ਉਹ ਤੇ ਜਾਣ ਹੁੰਦੇ ਨੇ। ਜਦੋਂ ਸੰਗਤ ਜੀ ਧੀਰਮਲ ਜੀ ਦਾ ਜਦੋਂ ਜਨਮ ਹੁੰਦਾ ਹੈ ਨਾ, ਤੇ ਸਾਰੇ ਸਿੱਖ ਜਦੋਂ ਆ ਕੇ ਪਾਤਸ਼ਾਹ ਜੀ ਨੂੰ ਵਧਾਈ ਦਿੰਦੇ ਨੇ, ਕਹਿੰਦੇ ਨੇ ਪਾਤਸ਼ਾਹ ਜੀ ਵਧਾਈਆਂ, ਆਪ ਜੀ ਦੇ ਘਰ ਪਹਿਲਾ ਪੋਤਾ ਆਇਆ। ਤੇ ਪਾਤਸ਼ਾਹ ਉਦੋਂ ਕੀ ਕਹਿੰਦੇ ਨੇ, ਕਿਉਂਕਿ ਅੰਤਰਜਾਮੀ ਹੁੰਦੇ ਨੇ ਪਾਤਸ਼ਾਹ ਜੀ, ਤੇ ਪਾਤਸ਼ਾਹ ਕਹਿੰਦੇ ਲੱਗਦਾ ਸਾਡਾ ਤਾਇਆ ਹੀ ਆ ਗਿਆ ਦੁਬਾਰਾ। ਤਾਇਆ ਪਾਤਸ਼ਾਹ ਦਾ ਪ੍ਰਿਥੀ ਚੰਦ ਜੀ ਸੀ। ਤੇ ਕਹਿੰਦੇ ਇਹਦੀ ਨੀਅਤ ਸਾਨੂੰ ਠੀਕ ਨਹੀਂ ਲੱਗਦੀ, ਤੇ ਇਹਨੇ ਤੁਰਕਾਂ ਨੂੰ ਪਹਿਲਾਂ ਵੀ ਚਿੱਠੀ ਲਿਖੀ ਸੀ ਕਿ ਜੇ ਤੁਸੀਂ ਜੰਗ ਕਰਨਾ ਚਾਹੁੰਦੇ ਹੋ ਨਾ ਇਹਨਾਂ ਦੇ ਨਾਲ, ਗੁਰੂਆਂ ਦੇ ਨਾਲ, ਤੇ ਤੁਸੀਂ ਕਰ ਲਓ, ਮੈਂ ਸਾਥ ਨਹੀਂ ਦਾਂਗਾ ਜੰਗ ਦੇ ਵਿੱਚ ਗੁਰੂਆਂ ਦਾ, ਤੇ ਤੁਸੀਂ ਜੰਗ ਕਰਨੀ ਆ ਨਾ ਤੇ ਤੁਸੀਂ ਕਰ ਲਓ। ਤੇ ਪਾਤਸ਼ਾਹ ਕਹਿੰਦੇ ਇਹਨੇ ਨਾ ਭਵਿੱਖ ਵਿੱਚ ਹੋਰ ਵੀ ਕਈ ਅਪਰਾਧ ਕਰਨੇ ਨੇ। ਔਰ ਸੰਗਤ ਜੀ ਪਾਤਸ਼ਾਹ ਨੇ ਜੋ ਬਚਨ ਕੀਤੇ, ਕਿਉਂਕਿ ਪਾਤਸ਼ਾਹ ਤੇ ਜਾਣੀ ਜਾਨ ਸੀ, ਔਰ ਇਹਨਾਂ ਨੇ ਅਪਰਾਧ ਕੀਤੇ ਵੀ। 7ਵੇਂ ਪਾਤਸ਼ਾਹ ਹਰਰਾਏ ਜੀ ਬੇਸ਼ੱਕ ਉਹਨਾਂ ਦੇ ਛੋਟੇ ਭਰਾ ਸੀਗੇ, ਪਰ ਇਹਨਾਂ ਨੇ ਉਹਨਾਂ ਦੇ ਨਾਲ ਵੀ ਅੱਛਾ ਸਲੂਕ ਨਹੀਂ ਕੀਤਾ। ਜਦੋਂ ਹਰਰਾਏ ਜੀ
ਸ਼੍ਰੀ ਹਰਿਰਾਏ ਸਾਹਿਬ ਜਦੋਂ ਜਾਂਦੇ ਹੁੰਦੇ ਸੀ ਕਰਤਾਰਪੁਰ ਇਹਨਾਂ ਨੂੰ ਮਿਲਣ ਵਾਸਤੇ, ਤੇ ਉਹਨਾਂ ਨਾਲ ਅੱਛਾ ਨਹੀਂ ਬੋਲਦੇ ਹੁੰਦੇ ਸੀ, ਤੇ ਕਹਿੰਦੇ ਹੁੰਦੇ ਸੀ ਤੁਸੀਂ ਇੱਥੇ ਕਰਨ ਕੀ ਆਏ ਹੋ, ਤੁਸੀਂ ਉੱਥੇ ਕੀਰਤਪੁਰੀ ਰਹੋ। ਔਰ ਫਿਰ 8ਵੇਂ ਪਾਤਸ਼ਾਹ ਦੇ ਸਮੇਂ ਵੀ ਇਹਨਾਂ ਨੇ ਰਾਮ ਰਾਏ ਨੂੰ ਪੁੱਠੀਆਂ ਗੱਲਾਂ ਸਿਖਾਈਆਂ, ਕਿਉਂਕਿ ਇਹ ਤਾਇਆ ਭਤੀਜਾ ਸੀਗੇ, ਤੇ ਇਹਨਾਂ ਨੇ ਉਹਨੂੰ ਪੁੱਠੀਆਂ ਗੱਲਾਂ ਸਿਖਾਈਆਂ। ਫਿਰ 9ਵੇਂ ਪਾਤਸ਼ਾਹ ਦੇ ਉੱਤੇ ਇਹਨਾਂ ਨੇ ਗੋਲੀ ਚਲਾਈ, ਔਰ 10ਵੇਂ ਪਾਤਸ਼ਾਹ ਦੇ ਉੱਤੇ ਗੁਰੂ ਗੋਬਿੰਦ ਸਿੰਘ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਤੇ ਇਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹੋ ਨਾ, ਜੇ ਤੁਸੀਂ ਗੁਰੂ ਹੋ, ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਆਪੇ ਕਿਉਂ ਨਹੀਂ ਲਿਖ ਲੈਂਦੇ। ਤੇ ਇਹ ਪਾਤਸ਼ਾਹ ਜਾਣਦੇ ਸੀ, ਪਾਤਸ਼ਾਹ ਕਹਿੰਦੇ ਭਵਿੱਖ ਵਿੱਚ ਇਹਨੇ ਹੋਰ ਵੀ ਬੜੀਆਂ ਗਲਤੀਆਂ ਕਰਨੀਆਂ, ਤੇ ਕਹਿੰਦੇ ਜੇ ਤੇ ਅਸੀਂ ਇਹਦੇ ਨਾਲ ਜ਼ੋਰ ਜ਼ਬਰਦਸਤੀ ਕਰਨਾ, ਤੇ ਫਿਰ ਲੋਕਾਂ ਨੇ ਕਹਿਣਾ ਦੇਖੋ ਗੁਰੂ ਘਰ ਦੇ ਇਹ ਗੁਰੂ ਨਾ ਆਪਸ 'ਚ ਆਪਣੇ ਘਰੇ ਲੜੀ ਜਾਂਦੇ ਨੇ, ਕਹਿੰਦੇ ਘਰ 'ਚ ਲੜਾਈ ਕਰਨੀ ਵੀ ਸ਼ੋਭਾ, ਇਹ ਅੱਛੀ ਗੱਲ ਨਹੀਂ। ਤੇ ਪਾਤਸ਼ਾਹ ਬਿਧੀ ਚੰਦ ਜੀ ਨੂੰ ਕਹਿੰਦੇ ਆ ਬਿਧੀ ਚੰਦ ਜੀ, ਉਹਨਾਂ ਨੂੰ ਤੁਸੀਂ ਰਹਿਣ ਨਹੀਂ ਦਿਓ, ਜੋ ਉਹ ਚੰਗਾ ਹੈ ਮਾੜਾ ਹੈ ਤੇ ਸਾਡਾ ਖੂਨ ਨਾ, ਤੇ ਤੁਸੀਂ ਉਹ ਜੋ ਕਰਦਾ ਨਾ ਤੁਸੀਂ ਕਰਨ ਦਿਓ। ਫਿਰ ਬਿਧੀ ਚੰਦ ਜੀ ਕਹਿੰਦੇ ਪਾਤਸ਼ਾਹ ਇੱਕ ਬੇਨਤੀ ਹੋਰ ਹੈ, ਕਹਿੰਦੇ ਆ ਤੁਹਾਡੀ ਆਗਿਆ ਦੇ ਨਾਲ ਮੈਂ ਆਦਿ ਗ੍ਰੰਥ ਦਾ ਉਤਾਰਾ ਕਰ ਰਿਹਾ ਸੀ ਪਾਤਸ਼ਾਹ, ਜੋ ਕਿ ਬਿਲਾਵਲ ਰਾਗ ਤੱਕ ਤੇ ਸੰਪੂਰਨ ਹੋ ਗਿਆ, ਅੱਗੋਂ ਰਾਗ ਗੌਂਡ ਦੀ ਸ਼ੁਰੂਆਤ ਹੋਣੀ ਹੈ ਪਾਤਸ਼ਾਹ। ਸੰਗਤ ਜੀ ਇਹ ਹੈ ਅੰਗ 858 858। ਇਹ ਬਿਲਾਵਲ ਰਾਗ ਦਾ ਅਖੀਰੀ ਸ਼ਬਦ ਇੱਥੇ ਆਂਦਾ, ਨ੍ਰਿਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ। ਅਸੀਂ ਇਹ ਸ਼ਬਦ ਦੀ ਵੀ ਵਿਚਾਰਾਂ ਕਰ ਚੁੱਕੇ ਹਾਂ। ਤੇ ਬਾਬਾ ਬਿਧੀ ਚੰਦ ਜੀ ਕਹਿੰਦੇ ਨੇ ਪਾਤਸ਼ਾਹ ਇੱਥੋਂ ਤੱਕ ਤੇ ਉਤਾਰਾ ਹੋ ਗਿਆ ਹੈ, ਤੇ ਅੱਗੋਂ ਦੀ ਜੇ ਸਾਨੂੰ ਹੁਣ ਗ੍ਰੰਥ ਸਾਹਿਬ ਨਹੀਂ ਮਿਲਣਗੇ, ਸਰੂਪ ਨਹੀਂ ਮਿਲੇਗਾ, ਤੇ ਪਾਤਸ਼ਾਹ ਮੈਂ ਉਤਾਰਾ ਕਿੱਦਾਂ ਕਰਾਂਗਾ, ਮੈਂ ਸੰਪੂਰਨ ਕਿੱਦਾਂ ਕਰਾਂਗਾ। ਕਿਉਂਕਿ ਸੰਗਤ ਜੀ 858 ਤੇ 1430 ਅੰਗ ਨੇ, ਤੇ ਸੰਗਤ ਜੀ ਮਤਲਬ ਕਿ ਨੀਅਰਲੀ ਅੱਧੀ ਬਾਣੀ ਲਿਖੀ ਗਈ, ਅੱਧੀ ਬਾਣੀ ਸਾਡੀ ਲਿਖਣੀ ਬਾਕੀ ਸੀ। ਤੇ ਪਾਤਸ਼ਾਹ ਅੱਗੋਂ ਕੀ ਬਚਨ ਕਰਦੇ ਨੇ, ਜੋ ਸੰਗਤ ਜੀ ਜੋ ਪਾਤਸ਼ਾਹ ਬਚਨ ਕਰਦੇ ਅਸੀਂ ਹੁਣ ਦੇਖ ਰਹੇ ਹਾਂ। ਪਾਤਸ਼ਾਹ ਕਹਿੰਦੇ ਨੇ ਚਿੰਤਾ ਨਾ ਕਰੋ ਬਿਧੀ ਚੰਦ ਜੀ, ਇਹ ਸਰੂਪ ਇਹ ਮੇਰੇ ਹਰ ਸਿੱਖ ਦੇ ਘਰ ਹੋਏਗਾ, ਇਹ ਜੋ ਗੁਰੂ ਗ੍ਰੰਥ ਸਾਹਿਬ ਨੇ ਇਹ ਘਰ ਘਰ ਲਿਖਿਆ ਜਾਏਗਾ। ਸੰਗਤ ਜੀ ਅਸੀਂ ਹੁਣ ਦੇਖ ਰਹੇ ਹਾਂ, ਅਸੀਂ ਨਿਊਜ਼ ਪੜ੍ਹਦੇ ਹਾਂ, ਅਸੀਂ ਫੇਸਬੁੱਕ ਤੇ ਦੇਖਦੇ ਹਾਂ, ਕਈ ਗੁਰਸਿੱਖ ਇਹੋ ਜਿਹੇ ਨੇ, ਕਈ ਪ੍ਰੇਮੀ ਇਹੋ ਜਿਹੇ ਨੇ ਜਿਹੜੇ ਹੱਥ ਦੇ ਨਾਲ ਲਿਖਦੇ ਨੇ, ਕਈ ਸਾਲ ਲੱਗ ਜਾਂਦੇ ਨੇ ਉਹਨਾਂ ਨੂੰ ਲਿਖਣ 'ਚ। ਤੇ ਪਾਤਸ਼ਾਹ ਕਹਿੰਦੇ ਨੇ ਕਿ ਜੋ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਮੇਰੇ ਹਰ ਸਿੱਖ ਦੇ ਘਰ ਹੋਏਗਾ, ਹਰ ਪਿੰਡ 'ਚ, ਹਰ ਸ਼ਹਿਰ 'ਚ, ਹਰ ਨਗਰ 'ਚ, ਹਰ ਦੇਸ਼ ਵਿਦੇਸ਼ 'ਚ ਮੇਰੇ ਸਿੱਖ ਇਹਦਾ ਪ੍ਰਚਾਰ ਕਰਨਗੇ, ਮੇਰੇ ਸਿੱਖ ਪ੍ਰਚਾਰ ਕਰਨਗੇ। ਔਰ ਗੁਰੂ ਗ੍ਰੰਥ ਸਾਹਿਬ ਮੇਰੇ ਸਿੱਖ ਸ਼ਰਧਾ ਨਾਲ ਰੋਜ਼ ਪੜਨਗੇ, ਰੋਜ਼ ਦਰਸ਼ਨ ਕਰਨਗੇ। ਤੇ ਪਾਤਸ਼ਾਹ ਕੀ ਕਹਿੰਦੇ ਨੇ ਅੱਗੋਂ, ਕੀ ਬਚਨ ਕਰਦੇ ਨੇ, ਕਹਿੰਦੇ ਨੇ ਕਿ ਮੇਰੇ ਸਿੱਖ ਰਾਜੇ ਬਾਦਸ਼ਾਹ ਬਣਨਗੇ, ਔਰ ਉਹ ਅਕਾਲ ਦੀ ਉਸਤਤ ਕਰਨਗੇ, ਚਾਰੋਂ ਪਾਸੇ ਅਕਾਲ ਉਸਤਤ ਹੋਏਗੀ, ਵਾਹਿਗੁਰੂ ਵਾਹਿਗੁਰੂ ਗੂੰਜਿਆ ਜਾਏਗਾ। ਔਰ ਪਾਤਸ਼ਾਹ ਵੀ ਕਹਿੰਦੇ ਮੇਰੇ ਖਾਲਸੇ ਦਾ ਰਾਜ ਆਏਗਾ, ਔਰ ਸਾਰੇ ਸਿੱਖ ਬਣਨਗੇ, ਔਰ ਜੋ ਸਿੱਖ ਨਹੀਂ ਵੀ ਹੋਣਗੇ ਉਹ ਮੇਰੇ ਸਿੱਖਾਂ ਦੇ ਸ਼ਰਨ ਦੇ ਵਿੱਚ ਆਣਗੇ। ਔਰ ਸੰਗਤ ਜੀ ਏਦਾਂ ਹੀ ਹੋਇਆ। ਔਰ ਜਿਸ ਤਰ੍ਹਾਂ ਇਹ ਜੋ ਪ੍ਰਿਥੀ ਚੰਦ ਜੀ ਸੀ, ਇਹਨਾਂ ਦੇ ਵੀ ਪੜਪੋਤਰੇ ਉਹ ਵੀ ਗੁਰੂ ਘਰ ਦੀ ਸ਼ਰਨ ਵਿੱਚ ਆਏ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਇਹ ਮਾਲਵੇ ਦੀ ਧਰਤੀ ਤੇ ਜਾਂਦੇ ਨੇ, ਇਹ ਉੱਚ ਦਾ ਪੀਰ ਬਣ ਕੇ, ਉਹ ਨੀਲਾ ਬਾਣਾ ਪਾ ਕੇ ਜਾਂਦੇ ਨੇ ਨਾ, ਤੇ ਉੱਥੇ ਸੋਢੀ ਕੌਲ ਸਾਹਿਬ ਜੋ ਕਿ ਪ੍ਰਿਥੀ ਚੰਦ ਜੀ ਦੇ ਪੜਪੋਤਰੇ ਹੁੰਦੇ ਨੇ, ਉਹ ਉਹਨਾਂ ਨੂੰ ਚਿੱਟੇ ਵਸਤਰ ਭੇਟ ਕਰਦੇ ਨੇ,
और कहते ने कि पातशाह गुरु गोबिंद सिंह पातशाह जी नूं कहते ने, कहते पातशाह पुरानियां गल्लां भुल जाओ, पुरानियां गल्लां भुल जाओ। और बहुत प्रेम सत्कार करते ने पातशाह दा। और फिर गुरु हरगोबिंद साहब ये भी कहते ने धीरमल दा परिवार भी आएगा। संगत जी फिर धीरमल जी दे पोतरे ते पड़पोतरे बाबा वडभाग राय जी, ये भी फिर गुरु घर दे नाल जुड़े। फिर पातशाह ने होर बचन किया कि एक समय आएगा जदों मेरा एक सिख राज करेगा, बादशाह बनेगा। उन्हां दा इशारा किहदे वाल सी संगत जी? उन्हां दे महाराजा रणजीत सिंह जी वाल। क्योंकि और उन्होंने ये भी कहा मेरा सिख बादशाह बनेगा, राज करेगा और धीर मलिए उन्हां दे अगे झुकणगे। और संगत जी ऐदा ही होया। महाराजा रणजीत सिंह जी ने कश्मीरी कागज तैयार करवाया और उन्हां दा राज ऐना सी, उन्हां दा प्रताप ऐना सी कि उन्होंने धीर मलियां कोलों उन्होंने स्वरूप लिता। स्वरूप और संगत जी ओदे बदले कई हजार एकड़ धीर मलियां नूं जगह दिती और की कह के कि ए स्वरूप दा दर्शन भेटा है। ये जो गुरु दा स्वरूप जो तुसी सानू असी तुहाडे कोल लिता है ना, ये ओदी दर्शन भेटा। कई हजार एकड़ जमीनां उन्हां नूं दित्तियां। और जदों महाराजा रणजीत सिंह जी बाबे दा स्वरूप जदों उन्हां कोल लैके आए, फिर उन्हां दा उतारा करवाया। और संगत जी उन्होंने 5 स्वरूप उन्हां दे महल च रोज 5 स्वरूप दा प्रकाश हुंदा सी। और उन्हां महाराजा रणजीत सिंह जी दे ही महल दे विच सारे स्वरूप लिखे जांदे सी, उतारे जांदे सी। और उथों दी फिर स्वरूप जिथे किसी गुरुद्वारे या जिथे किते जाना हुंदा सी, स्वरूप जिथे बिराजना हुंदा सी, फिर महाराजा रणजीत सिंह जी दे महल चों ओ स्वरूप जांदे हुंदे सी। ते संगत जी ये करदे करदे ये सारियां तैयारियां करदे ना संगत जी 3 पैर होर निकल जांदे ने ते उदों तक सारे जाने इकट्ठे हो जांदे ने ते फिर पातशाह चाले पांदे ने कीरतपुर साहब जान वास्ते। और संगत जी जो बाबा बिधि चंद जी द्वारा जो लिखी गई जो स्वरूप है, लिखा गया स्वरूप है जो उतारा किया है, आज भी ये ओना ही है 858 अंग तक। और एक करतारपुर ही है। और इत्थे जदों संगतां जांदियां ने, जदों दर्शन करनियां हुंदे ने, पहला देग तैयार की जाती है। देग तैयार करके प्रकाश किया जाता है और फिर संगतां नूं उन्हां दे दर्शन कराए जाते हैं। पर संगत जी बहुत घट दर्शन कराए जाते हैं क्योंकि एक ते स्वरूप बहुत बिरध हो गए ने और दूसरा स्वरूप दा साइज बड़ा छोटा है, जिन्ना गुटका साहब दा साइज हुंदा ओना है। ते ये सारियां तैयारियां करदे होए ये फिर सारे चाले पांदे ने धन धन श्री हरगोबिंद साहिब पातशाह जी। ते संगत जी इत्थे ही करतारपुर दी जंग दी फतेह दी समाप्ति हुंदी है और इत्थों दी वो सारे चाले पांदे ने करतारपुर कीरतपुर साहिब जान वास्ते। ते संगत जी एनी जी सेवा परवान करना, गलतियां माफ कर देना संगत जी, चकारना ना। आओ असी हुण मिल के शब्द पढ़िए। बोले सोनिया धन धन श्री गुरु हरगोबिंद साहिब पातशाह जी, धन गुरु ते धन गुरु दे सिख। बहुत बढ़िया, बहुत जी फतेह हुई, बहुत आनंद आया और शब्द भी वेदो नवाई पैणो न पाई, एको सहाई राम है, एको सहाई राम है।
होवे पापा मल धोवे सो सिमरो प्रधान है सो सिमरो प्रधान है वेदो नवाई पैणो न पाई एको सहाय राम कट कटे वासी सर्व निवासी कट कटे वासी सर्व निवासी अस्थिर जाका थान है अस्थिर जाका थान है अस्थिर जाका थान है वेदो नवाई पैणो न पाई एको सहाय राम है एको सहाय राम है आवे न जावे संगे समावे आवे न जावे संगे समावे पूरन जाका काम है पूरन जाका काम है पूरन जाका काम है वेदो नवाई पैणो न पाई एको सहाय राम है एको सहाय राम है भगत जना का रखण हारा भगत जना का रखण हारा संत जीवे जपन धारा संत जीवे जपन धारा संत जीवे जब प्राण अधारा वेदो नवाई पैणो न पाई एको सहाय राम है एको सहाय राम है करने कारण समर्थ स्वामी करने कारण समर्थ स्वामी नानक तिस कुर्बान है नानक तिस कुर्बान है नानक तिस कुर्बान है वेदो नवाई पैणो न पाई एको सहाय राम है एको सहाय राम है वेदो नवाई पैणो न पाई एको सहाय राम है एको सहाय राम है एको सहाय राम है एको सहाय राम है
वाहेगुरु। वाहेगुरु जी का खालसा, वाहेगुरु जी की फतेह।